Start. Yes, please. Good morning ji ਸਾਰਿਆਂ ਨੂੰ. Today we will discuss Land Revenue Act Paper 1, Land Revenue Act, from the definition class, section 3. डेफिनेशन क्लास सेक्शन 3 आपने अपनी बुक्स निकाल लो जी। लैंड रेवेन्यू एक्ट 1887। मेरी आवाज सुन रही जी सारे नु? मेरी आवाज आ रही है गौतम जी? आ रही सर, आ रही। ओके लेट अस स्टार्ट। डेफिनेशन क्लास पेपर सेक्शन 3, स्टेट। व्हाट इज द स्टेट? स्टेट की ਹੁੰਦੀ ਹੈ ਸੈਕਸ਼ਨ 3 ਦੇ ਵਿੱਚ? ਸਟੇਟ ਹੁੰਦੀ ਹੈ ਜਿਸ ਦਾ ਸੈਪਰੇਟ ਰਿਕਾਰਡ ਆਫ ਰਾਈਟਸ ਬਣਿਆ ਹੁੰਦਾ ਹੈ, ਜਿਵੇਂ ਕਿ ਜਿਹਦੀ ਜਮ੍ਹਾਂਬੰਦੀ ਬਣੀ ਹੁੰਦੀ ਹੈ, ਗਿਰਦਾਵਰੀ ਬਣੀ ਹੁੰਦੀ ਹੈ, ਇਨਕਮ ਰਜਿਸਟਰ ਲੱਗਿਆ ਹੁੰਦਾ ਹੈ, ਲਾਗਤਾਂ ਲੱਗੀ ਹੁੰਦੀ ਹੈ। ਜਿਸ ਵੀ ਸਟੇਟ ਦਾ ਕੋਈ ਸੈਪਰੇਟ ਰੈਵਨਿਊ ਆਫ ਰਿਕਾਰਡ ਬਣਿਆ ਹੋਇਆ ਹੁੰਦਾ ਉਸ ਨੂੰ ਅਸੀਂ ਸਟੇਟ ਕਹਿੰਦੇ ਹਾਂ। ਇਹ ਜਿਹੜੀ ਰੈਵਨਿਊ ਸਟੇਟ ਹੁੰਦੀ ਹੈ ਇਸ ਦੀ ਸੈਪਰੇਟਲੀ ਅਸੈਸਮੈਂਟ ਵੀ ਹੋਈ ਹੁੰਦੀ ਹੈ। ਸੈਪਰੇਟਲੀ ਅਸੈਸਮੈਂਟ ਕਰਕੇ ਇਹਦਾ ਜਿਹੜਾ ਲੈਂਡ ਰੈਵਨਿਊ ਹੁੰਦਾ ਹੈ ਉਹ ਜਮ੍ਹਾਂਬੰਦੀ ਉੱਪਰ ਫਿਕਸ ਕੀਤਾ ਹੁੰਦਾ ਹੈ, ਚਾਹੇ ਉਹ ਐਨੂਅਲੀ ਹੋਵੇ ਚਾਹੇ ਉਹ 2 ਕਿਸ਼ਤਾਂ 'ਚ ਲੈਂਦੀ ਹੋਵੇ ਸਰਕਾਰ। बट स्टेट गवर्नमेंट डिक्लेयर टू बी अ स्टेट। स्टेट गवर्नमेंट किसी भी लैंड नो, किसी ग्रुप ऑफ लैंड नो रेवेन्यू स्टेट भी डिक्लेयर कर सकती है समय लोड़ के मुताबिक। ठीक है जी। जिवें कि जमीन नूं लैंड नूं जिहदा असीं रेवेन्यू रिकॉर्ड सैपरेट तौर पर बनया होंदा उसनूं असीं स्टेट कहने आ। यह जिहड़ा डेफिनेशन दी जिहड़ी स्टेट हैगी अक्सर पेपर दे विच जिहड़ी हैगी है पेपर क्वेश्चन पेपर च आंदी रहिंदी है। ਇਹਦੀ ਸਬ ਕਲੌਜ਼ 2 ਹੈਗੀ ਹੈ ਸੈਕਸ਼ਨ 3 ਦੀ, ਲੈਂਡ ਓਨਰ। ਲੈਂਡ ਓਨਰ ਅਸੀਂ ਸਾਰੇ ਜਾਣਦੇ ਹਾਂ, ਲੈਂਡ ਓਨਰ ਆਫ ਦਾ ਲੈਂਡ। ਓਨਰ ਆਫ ਲੈਂਡ ਦੀ ਜਿਹੜੀ ਡੈਫੀਨੇਸ਼ਨ ਹੈ ਇਹਦੇ ਵਿੱਚ ਕੀ ਹੁੰਦਾ, ਜਿਹੜੇ ਟੇਨੈਂਟਸ ਹੁੰਦੇ ਨੇ, ਟੇਨੈਂਟਸ ਨੂੰ ਅਸੀਂ ਇਨਕਲੂਡ ਨਹੀਂ ਕਰਦੇ। ਟੇਨੈਂਟਸ ਨੂੰ ਇਨਕਲੂਡ ਨਹੀਂ ਕਰਦੇ। ਟੇਨੈਂਟਸ ਨੂੰ ਇਨਕਲੂਡ ਨਹੀਂ ਕਰ ਸਕਦੇ। ਅਸਾਈਨੀ ਹੁੰਦੇ ਆ ਲੈਂਡ ਰੈਵਨਿਊ ਦੇ। ਅਸਾਈਨੀ ਲੈਂਡ ਰੈਵਨਿਊ ਕੀ ਹੁੰਦੇ ਆ ਇਹ ਅਸੀਂ ਜਦੋਂ ਟੈਨੈਂਸੀ ਐਕਟ ਪੜਾਂਗੇ। ਜਦ ਲੈਂਡ ਰੈਵਨਿਊ ਅਸਾਈਨੀ ਕੌਣ ਹੁੰਦੇ ਆ? ਜਦੋਂ ਕਿਸੇ ਸਰਕਾਰ ਵੱਲੋਂ ਕਿਸੇ ਵਿਅਕਤੀ ਨੂੰ, ਕਿਸੇ ਮਿਲਟਰੀ ਆਫੀਸਰ ਨੂੰ, ਕਿਸੇ ਵੀ ਜਿਹੜਾ ਜਗੀਰਦਾਰ ਵਗੈਰਾ ਹੁੰਦਾ ਉਸ ਨੂੰ ਕੋਈ ਲੈਂਡ ਰੈਵਨਿਊ ਅਸਾਈਨ ਕਰ ਦਿੱਤਾ ਜਾਂਦਾ ਹੈ ਕਿਸੇ ਇਨਾਮ ਦੇ ਵਜੋਂ। ਤਾਂ ਲੈਂਡ ਰੈਵਨਿਊ ਵੀ ਇਸ ਪਿੰਡ ਦਾ ਜਿਹੜਾ ਮਾਮਲਾ ਹੈਗਾ ਤੈਨੂੰ ਮਿਲੇਗਾ, ਇਕੱਠਾ ਕਰਕੇ ਸਰਕਾਰ ਨੇ ਤੈਨੂੰ ਇਨਾਮ ਵਜੋਂ ਦੇਣਾ ਹੈਗਾ, ਹਰ ਸਾਲ ਦੇਣਾ ਜਾਂ ਕਿੰਨੇ ਸਾਲਾਂ ਲਈ ਦੇਣਾ, ਉਸ ਨੂੰ ਅਸੀਂ ਉਹ ਜਿਹੜਾ ਲੈਂਡ ਰੈਵਨਿਊ ਹੁੰਦਾ ਅਸੀਂ ਉਸ ਨੂੰ ਅਸਾਈਨੀ ਕਹਿੰਦੇ ਹਾਂ। ਅਸਾਈਨੀ ਲੈਂਡ ਰੈਵਨਿਊ ਯਾਨੀ ਕਿ ਉਸ ਵਿਅਕਤੀ ਨੂੰ ਜਿਹਨੂੰ ਅਸੀਂ ਮਾਮਲਾ ਸਰਕਾਰ ਦਿੰਦੀ ਹੋਵੇ ਇਕੱਠਾ ਕਰਕੇ ਇਨਾਮ ਦੇ ਵਜੋਂ, ਉਸ ਨੂੰ ਵੀ ਜਿਹਦੀ ਲੈਂਡ ਓਨਰ ਦੀ ਪਰਿਭਾਸ਼ਾ ਵਿੱਚ ਨਹੀਂ ਗਿਣਿਆ ਜਾਂਦਾ। ਇਸੇ ਤਰੀਕੇ ਨਾਟ ਇਨਕਲੂਡਡ ਦਾ ਪਰਸਨਸ ਟੂ ਹੋਮ ਲੈਂਡ ਟਰਾਂਸਫਰਡ। ਕਿਸੇ ਕਾਰਨ ਕਰਕੇ ਜਿਵੇਂ ਏਰੀਆ ਆਫ ਲੈਂਡ ਰੈਵਨਿਊ ਦੀ ਰਿਕਵਰੀ ਹੋਣੀ ਹੁੰਦੀ ਹੈ, ਸਰਕਾਰ ਨੇ ਕਰਨੀ ਹੁੰਦੀ ਹੈ, ਕਲੈਕਟਰ ਨੇ ਰਿਕਵਰੀ ਕਰਨੀ ਹੁੰਦੀ ਹੈ, ਕੋਈ ਵਿਅਕਤੀ ਹੈ ਜਿਹੜਾ ਉਹ ਡਿਫਾਲਟਰ ਬਣ ਜਾਂਦਾ ਹੈ, ਮਾਮਲਾ ਸਮੇਂ ਸਿਰ ਨਹੀਂ ਦਿੰਦਾ, ਸਰਕਾਰ ਦਾ ਲੈਂਡ ਰੈਵਨਿਊ ਸਮੇਂ ਸਿਰ ਪੇ ਨਹੀਂ ਕਰਦਾ, ਜਾਂ ਕਿਸੇ ਹੋਰ ਡਿਪਾਰਟਮੈਂਟ ਦਾ ਜਾਂ ਲੈਂਡ ਰੈਵਨਿਊ ਜਦੋਂ ਕੋਈ ਰਿਕਵਰੀ ਕਿਸੇ ਹੋਰ ਡਿਪਾਰਟਮੈਂਟ ਦੀ ਵੀ ਹੁੰਦਾ ਹੈ, ਪਰ ਜਦੋਂ ਕੋਈ ਉਹ ਡਿਪਾਰਟਮੈਂਟ ਆਪਣੇ ਕਿਸੇ ਤਰੀਕੇ ਨਾਲ ਰਿਕਵਰੀ ਕਰਨ ਦੇ ਵਿੱਚ ਸਫਲ ਨਹੀਂ ਹੁੰਦਾ ਤਾਂ ਉਸ ਨੂੰ ਕਲੈਕਟਰ ਕੋਲੇ ਐਜ਼ ਏ ਏਰੀਆ ਆਫ ਲੈਂਡ ਰੈਵਨਿਊ ਡਿਕਲੇਅਰ ਕਰਵਾ ਕੇ ਉਹ ਕਲੈਕਟਰ ਕੋਲੇ ਭੇਜ ਦਿੱਤਾ ਜਾਂਦਾ, ਜਿਹੜਾ ਕਿ ਫਿਰ ਮੁੜ ਕੇ ਸਾਡਾ ਜਿਹੜੀ ਅਮਾਊਂਟ ਹੁੰਦੀ ਆ ਫਾਰ ਦਾ ਪਰਪਸ ਆਫ ਰਿਕਵਰੀ ਤਹਿਸੀਲ ਦੇ ਵਿੱਚ ਆ ਜਾਂਦੀ ਹੈ। ਤਹਿਸੀਲ ਦਾ ਜਿਹੜਾ ਸਟਾਫ ਹੈਗਾ, ਤਹਿਸੀਲਦਾਰ ਕਾਨੂੰਗੋ ਹਲਕਾ ਜਾਂ ਸਾਡੀ ਜਿਹੜੀ ਬ੍ਰਾਂਚ ਹੁੰਦੀ ਹੈ ਐਫਰਟਸ ਕਰਕੇ ਉਹ ਲੈਂਡ ਰੈਵਨਿਊ ਦੀ ਰਿਕਵਰੀ ਕਰਦੀ ਹੈ। ਉਹ ਲੈਂਡ ਰੈਵਨਿਊ ਦੀ ਰਿਕਵਰੀ ਦੇ ਦੌਰਾਨ ਇੱਕ ਇਹ ਪ੍ਰੋਸੈਸ ਹੁੰਦਾ ਹੈ, ਇਹਦਾ ਸੈਕਸ਼ਨ 69 ਹੁੰਦਾ, 68 ਹੁੰਦਾ, ਰਿਟ ਆਫ ਡਿਮਾਂਡ ਹੁੰਦੀ ਹੈ, ਸੈਕਸ਼ਨ 69 ਹੁੰਦੇ ਆ। ਉਹਦੇ ਵਿੱਚ ਕੀ ਹੁੰਦਾ, ਅਸੀਂ ਵਾਰੰਟ ਜਾਰੀ ਕਰਦੇ ਹਾਂ, ਅਟੈਚਮੈਂਟ ਵੀ ਕਰਦੇ ਹਾਂ, ਬੋਲੀ ਵੀ ਕਰਦੇ ਹਾਂ, ਪਰ ਉਹਦੇ ਵਿੱਚ ਇੱਕ ਇਹ ਕਲੌਜ਼ ਆ ਜਾਂਦੀ ਹੈ ਜਿਹਦੇ ਵਿੱਚ ਕੀ ਹੁੰਦਾ ਹੈ, ਜਿਹੜੀ ਲੈਂਡ ਹੁੰਦੀ ਹੈ ਉਸ ਵਿਅਕਤੀ ਦੀ ਡਿਫਾਲਟ ਦੀ ਜਿਹੜੀ ਲੈਂਡ ਹੁੰਦੀ ਹੈ ਉਹ ਨਾਲ ਦੇ ਕਿਸੇ ਗੁਆਂਢੀ ਨੂੰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਫਾਰ ਦਾ ਪਰਪਸ ਟੂ ਰਿਕਵਰੀ ਦਾ ਅਮਾਊਂਟ, ਏਰੀਆ ਦੀ ਅਮਾਊਂਟ ਨੂੰ ਰਿਕਵਰ ਕਰਨ ਦੇ ਖਾਤਰ ਕੁਝ ਸਮੇਂ ਦੇ ਲਈ
ਸਾਲ ਲਈ 2 ਸਾਲ ਲਈ 3 ਸਾਲ ਲਈ ਜਿੰਨੀ ਕੁ ਅਮਾਉਂਟ ਹੁੰਦੀ ਹੈ ਉਸ ਸਮੇਂ ਦੇ ਲਈ ਕਿਸੇ ਨਾਲ ਦੇ ਗੁਆਂਢੀ ਨੂੰ ਉਹ ਲੈਂਡ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਉਹਦੇ ਤੋਂ ਜਿਹੜੀ ਲੈਂਡ ਰੈਵਨਿਊ ਦੀ ਰਿਕਵਰੀ ਕੀਤੀ ਜਾ ਸਕੇ। ਇਹ ਹੁੰਦੀ ਹੈ। ਇਸ ਨੂੰ ਵੀ ਜਦੋਂ ਲੈਂਡ ਕਿਸੇ ਵਿਅਕਤੀ ਨੂੰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਹ ਵੀ ਲੈਂਡ ਓਨਰ ਦੀ ਪਰਿਭਾਸ਼ਾ ਵਿੱਚ ਵਿਅਕਤੀ ਨਹੀਂ ਆਉਂਦਾ, ਉਹ ਟੈਂਪਰੇਰੀ ਤੌਰ ਤੇ ਉਸਨੂੰ ਲੈਂਡ ਟ੍ਰਾਂਸਫਰ ਕੀਤੀ ਜਾਂਦੀ ਹੈ। ਜਦੋਂ ਉਹਦੀ ਰਿਕਵਰੀ ਪੂਰੀ ਹੋ ਜਾਂਦੀ ਹੈ ਡਿਫਾਲਟਰ ਦੀ, ਤਾਂ ਡਿਫਾਲਟਰ ਦੇ ਕੋਲੇ ਜ਼ਮੀਨ ਵਾਪਸ ਚਲੀ ਜਾਂਦੀ ਹੈ। ਇਸੇ ਤਰੀਕੇ ਫਰਦਰ ਰਿਕਵਰੀ ਆਫ ਏਰੀਆ ਆਫ ਲੈਂਡ ਰੈਵਨਿਊ, ਠੀਕ ਹੈ ਜੀ। ਇਹ ਲੈਂਡ ਓਨਰ ਹੁੰਦੇ ਯਾਨੀ ਕਿ ਜ਼ਮੀਨ ਦੇ ਜਿਹੜੇ ਮਾਲਕ ਹੁੰਦੇ ਉਹਨੂੰ ਅਸੀਂ ਲੈਂਡ ਓਨਰ ਕਹਿੰਦੇ ਆ। ਟੇਨੈਂਟਸ ਨਹੀਂ ਆਉਂਦੇ ਇਹਦੇ ਵਿੱਚ, ਅਸਾਈਨੀ ਨਹੀਂ ਆਉਂਦੇ ਇਹਦੇ ਵਿੱਚ। ਟੈਂਪਰੇਰੀ ਤੌਰ ਤੇ ਜੇ ਕਿਸੇ ਵਿਅਕਤੀ ਨੂੰ ਲੈਂਡ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਹ ਵੀ ਇਸ ਵਿੱਚ ਇਨਕਲੂਡ ਨਹੀਂ ਹੁੰਦੇ। ਨੈਕਸਟ ਆ ਜਾਂਦਾ ਹੋਲਡਿੰਗ। ਹੋਲਡਿੰਗ ਕੀ ਹੁੰਦੀ ਹੈ? ਓਨਰਸ਼ਿਪ ਆਫ ਅ ਪਰਸਨ। ਦੇਖੋ ਅਸਟੇਟ ਦਾ ਕੀ ਕਿਸੇ ਸੈਪਰੇਟ ਰਿਕਾਰਡ ਆਫ ਰਾਈਟਸ ਤਿਆਰ ਕੀਤਾ ਹੁੰਦਾ ਹੈ ਕਿਸੇ ਪਿੰਡ ਦਾ, ਉਹ ਤਾਂ ਅਸੀਂ ਅਸਟੇਟ ਕਹਿੰਦੇ ਆ। ਹੋਲਡਿੰਗ ਕੀ ਹੁੰਦੀ ਹੈ? ਕਿਸੇ ਪਾਰਟਿਕੂਲਰ ਵਿਅਕਤੀ ਦੀ, ਕਿਸੇ ਪਾਰਟਿਕੂਲਰ ਮਾਲਕ ਦੀ ਜਾਂ ਪਾਰਟਿਕੂਲਰ ਕਿਸੇ ਕੰਪਨੀ ਦੀ ਜਿਹੜੀ ਸੈਪਰੇਟ ਐਂਟੀਟੀ ਦੀ ਕਹ ਲਈਏ ਓਨਰਸ਼ਿਪ ਨੂੰ ਅਸੀਂ ਹੋਲਡਿੰਗ ਕਹਿੰਦੇ ਆ। ਉਹ ਜਿਹੜੀ ਓਨਰਸ਼ਿਪ ਹੈ ਚਾਹੇ ਉਹ ਇੰਡੀਵਿਜੂਅਲੀ ਹੋਵੇ ਉਹਦੀ, ਚਾਹੇ ਉਹ ਉਸਦੀ ਜੁਆਇੰਟ ਖੇਵਟ ਦੇ ਵਿੱਚ ਹੋਵੇ, ਸਾਂਝੀ ਤੌਰ ਤੇ ਹੋਵੇ, ਪਰ ਜਦੋਂ ਸਾਰਾ ਹਿਸਾਬ ਕਿਤਾਬ ਲਗਾ ਕੇ ਕਿਸੇ ਵਿਅਕਤੀ ਦੀ ਮਾਲਕੀ ਦੇਖੀ ਜਾਂਦੀ ਹੈ ਉਸ ਨੂੰ ਅਸੀਂ ਕਹਿੰਦੇ ਆ ਹੋਲਡਿੰਗ ਆਫ ਦੈਟ ਪਰਸਨ। ਨੈਕਸਟ ਆ ਜਾਂਦਾ ਜੀ ਸਬਸੈਕਸ਼ਨ 4 ਦੇ ਵਿੱਚ ਰੈਂਟ, ਟੇਨੈਂਟ, ਲੈਂਡਲॉर्ड, ਟੇਨੈਂਸੀ। ਇਹ ਜਿਹੜੇ ਚਾਰੇ ਵਰਡ ਨੇ ਅਕਸਰ, ਵੈਸੇ ਤਾਂ ਇਹ ਜਿਹੜੇ ਚਾਰੇ ਵਰਡ ਨੇ ਸਾਡੇ ਟੇਨੈਂਸੀ ਐਕਟ ਦੇ ਵਿੱਚ ਆਉਣਗੇ। ਕਈ ਵਾਰੀ ਸਾਡੇ ਜਿਹੜੇ ਸਾਥੀ ਹੁੰਦੇ ਨੇ ਜਦੋਂ ਇਹਦਾ ਆਨਸਰ ਦੇਣਾ ਹੁੰਦਾ ਇਸ ਲੈਂਡ ਰੈਵਨਿਊ ਐਕਟ ਦੇ ਵਿੱਚ ਤਾਂ ਲਿਖਦਾ ਨੇ ਵੀ ਉੱਥੇ ਦੇਖੋ ਜੀ ਟੈਨੈਂਸੀ ਐਕਟ ਦੇ ਵਿੱਚ, ਨਹੀਂ ਇਦਾਂ ਨਹੀਂ ਅਸੀਂ ਲਿਖਣਾ ਹੈਗਾ। ਅਸੀਂ ਪ੍ਰੋਪਰ ਬੇਸ਼ੱਕ ਟੈਨੈਂਸੀ ਐਕਟ ਦੀ ਜਿਹੜੀ ਡੈਫੀਨੇਸ਼ਨਸ ਹੈਗੀ ਹੈ ਉੱਥੋਂ ਲੈ ਕੇ ਅਸੀਂ ਇਹਦਾ ਆਨਸਰ ਜੇ ਸਾਨੂੰ ਅਸੀਂ ਲੈਂਡ ਰੈਵਨਿਊ ਐਕਟ ਦੇ ਵਿੱਚ ਸਾਨੂੰ ਆਨਸਰ ਦੇਣਾ ਪੈਂਦਾ ਤਾਂ ਅਸੀਂ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਪ੍ਰੋਪਰ ਆਨਸਰ ਦਿੰਦੇ ਆ। ਰੈਂਟ ਕੀ ਹੁੰਦਾ ਹੈ? ਰੈਂਟ ਇਜ਼ ਦਾ ਅਮਾਊਂਟ ਪੇਡ ਬਾਏ ਦਾ ਟੇਨੈਂਟ ਟੂ ਦਾ ਲੈਂਡ ਓਨਰ। ਜਦੋਂ ਅਸੀਂ ਕੋਈ ਜ਼ਮੀਨ ਕਿਸੇ ਕਿਰਾਏ ਦੇ ਲਈ ਚਕੋਤੇ ਤੇ ਠੇਕੇ ਤੇ ਕਿਸੇ ਕਿਰਾਏਦਾਰ ਨੂੰ ਦਿੰਦੇ ਆ, ਕਿਸੇ ਟੇਨੈਂਟ ਨੂੰ ਦਿੰਦੇ ਆ, ਤਾਂ ਉਹਦਾ ਜਿਹੜਾ ਅਮਾਊਂਟ ਹੁੰਦਾ ਉਸ ਨੂੰ ਅਸੀਂ ਰੈਂਟ ਕਿਹਾ ਜਾਂਦਾ ਹੈ। ਇਸ ਦੇ ਟੇਨੈਂਟ ਕੌਣ ਹੁੰਦਾ ਹੈ? ਟੇਨੈਂਟ ਹੁੰਦਾ ਇੱਕ ਲੈਂਡ ਓਨਰ ਹੁੰਦਾ ਹੈ, ਲੈਂਡਲॉर्ड ਹੁੰਦਾ ਹੈ, ਤੇ ਦੂਜਾ ਟੇਨੈਂਟ ਹੁੰਦਾ ਹੈ। ਜਦੋਂ ਉਹ ਕੋਈ ਜ਼ਮੀਨ ਕੋਈ ਮਾਲਕ ਕਿਸੇ ਸਾਲ ਲਈ 2 ਸਾਲ ਲਈ ਜਾਂ ਵੱਧ ਸਮੇਂ ਦੇ ਲਈ ਕਿਸੇ ਵਿਅਕਤੀ ਨੂੰ ਕਿਰਾਏ ਤੇ ਦਿੰਦਾ ਆਪਣੀ, ਤਾਂ ਉਸ ਨੂੰ ਅਸੀਂ ਟੇਨੈਂਟ ਕਹਿੰਦੇ ਆ। ਜਿਹੜਾ ਮਾਲਕ ਜਿਹੜਾ ਦਿੰਦਾ ਹੈ ਉਸ ਨੂੰ ਅਸੀਂ ਲੈਂਡਲॉर्ड ਕਿਹਾ ਜਾਂਦਾ ਹੈ। ਜਿਹੜਾ ਮਾਲਕ ਹੈ ਜ਼ਮੀਨ ਦਾ, ਲੈਂਡ ਓਨਰ ਹੈਗਾ, ਉਹ ਲੈਂਡਲॉर्ड ਹੁੰਦਾ ਹੈ, ਤੇ ਟੇਨੈਂਟ ਹੁੰਦਾ ਜਿਹੜਾ ਜ਼ਮੀਨ ਪਾਉਂਦਾ ਹੈ ਤੇ ਆਪਦਾ ਕਿਰਾਇਆ ਅਦਾ ਕਰਦਾ ਹੈ, ਸਾਲ ਦਰ ਸਾਲ ਕਰਦਾ ਹੈ, ਚਾਹੇ ਉਹ ਇਕੱਠਾ ਕਰਦਾ ਹੈ, ਕਿਵੇਂ ਵੀ ਕਰਦਾ ਹੈ, ਜੋ ਵੀ ਮੈਥਡ ਉਹਨਾਂ ਦਾ ਆਪਸ ਤੈਅ ਹੋਇਆ ਹੁੰਦਾ ਐਗਰੀਮੈਂਟ ਦੇ ਵਿੱਚ, ਉਹਦੇ ਅਕੋਰਡਿੰਗ ਜੋ ਪੇਮੈਂਟ ਕੀਤੀ ਜਾਂਦੀ ਹੈ ਉਹ ਦੋਵੇਂ ਪਾਰਟੀਆਂ ਵਿੱਚ ਐਗਰੀਡ ਹੁੰਦੀ ਹੈ। ਤੇ ਟੈਨੈਂਸੀ ਕੀ ਹੁੰਦੀ ਹੈ? ਟੈਨੈਂਸੀ ਹੁੰਦੀ ਹੈ ਉਹ ਪਰਟੀਕੂਲਰ ਪੀਸ ਆਫ ਲੈਂਡ ਜਿਹੜਾ ਲੈਂਡਲॉर्ड ਨੇ ਟੇਨੈਂਟ ਨੂੰ ਕਿਰਾਏ ਦੇ ਪਰਪਸ ਲਈ ਦਿੱਤਾ ਹੋਵੇ, ਜ਼ਮੀਨ ਵਾਹਣ ਲਈ ਦਿੱਤੀ ਹੀ ਹੋਵੇ, ਉਸ ਪਰਟੀਕੂਲਰ ਲੈਂਡ ਨੂੰ, ਉਸ ਟੁਕੜੇ ਨੂੰ ਜਿਹੜਾ ਇੱਕ ਐਗਰੀਮੈਂਟ ਦੇ ਵਿੱਚ ਸੈਟਲ ਹੋਇਆ ਹੋਵੇ ਦੋ ਪਾਰਟੀਆਂ ਦੇ ਵਿਚਕਾਰ, ਉਸ ਪਰਟੀਕੂਲਰ ਲੈਂਡ ਨੂੰ ਅਸੀਂ ਟੈਨੈਂਸੀ ਕਹਿੰਦੇ ਆ। ਟੈਨੈਂਸੀ ਮੇ ਵੀ 1, ਟੈਨੈਂਸੀ ਮੇ ਵੀ 2, 3, 4, 5 ਜਿੰਨੇ ਜ਼ਮੀਨ ਦੇ ਟੁਕੜੇ ਹੋਣਗੇ, ਜਿੱਥੇ ਜਿੰਨੇ ਐਗਰੀਮੈਂਟ ਉਹ ਪਾਰਟੀਆਂ ਦੇ ਵਿਚਕਾਰ ਆਪਸੀ ਹੋਏ ਹੋਣਗੇ, ਉਹ ਇੱਕ ਟੈਨੈਂਸੀ ਕਹੀ ਜਾਂਦੀ ਹੈ। ਦੈਨ ਆ ਗਿਆ ਜੀ ਸੈਕਸ਼ਨ 6, ਯਾਨੀ ਕਿ ਇਹ ਜਿਹੜਾ ਸਬ ਸੈਕਸ਼ਨ 4 ਹੈਗਾ, ਇਹਦਾ ਤੁਸੀਂ ਜਵਾਬ ਜਿਹੜਾ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ, ਇਹਦਾ ਆਨਸਰ ਇਸ ਤਰੀਕੇ ਦੇਣਾ ਹੈਗਾ ਤੇ ਸਾਡੀ ਬੁੱਕਸ ਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਉੱਥੋਂ ਦੇਖੋ ਜੀ, ਟੈਨੈਂਸੀ ਐਕਟ ਪੜ੍ਹ ਕੇ ਦੇਖੋ, ਉੱਥੋਂ ਬਸ ਏਦਾਂ ਆਨਸਰ ਨਹੀਂ ਦੇਣਾ ਹੈਗਾ। ਦੈਨ ਹੈ ਸਬਸੈਕਸ਼ਨ 6 ਚ ਕੀ ਹੈ? ਲੈਂਡ ਰੈਵਨਿਊ। ਲੈਂਡ ਰੈਵਨਿਊ ਕੀ ਹੁੰਦਾ ਹੈ? ਵੈਰੀ ਇੰਪੋਰਟੈਂਟ ਜਿਹੜਾ ਹੈਗਾ ਇਹ ਵਰਡ ਹੈਗਾ ਲੈਂਡ ਰੈਵਨਿਊ। ਲੈਂਡ ਰੈਵਨਿਊ ਐਕਟ ਹੀ ਇਸ ਵਰਡ ਦੇ ਉੱਪਰ ਸਟੈਬਲਿਸ਼ ਹੋਇਆ ਹੋਇਆ ਸਾਰਾ। ਪੇਬਲ ਬਾਈ ਦਾ ਓਨਰਸ ਆਫ ਦਾ ਗਵਰਨਮੈਂਟ ਟੂ ਦਾ ਗਵਰਨਮੈਂਟ ਬਾਈ ਦਾ ਲੈਂਡ ਓਨਰਸ। ਮਾਮਲਾ ਕੀ ਹੈਗਾ? ਜਦੋਂ ਕੋਈ ਜ਼ਮੀਨ ਦਾ ਮਾਲਕ ਹੈ, ਸਭ ਤੋਂ ਪਹਿਲਾਂ ਜਿਹੜੀ ਜ਼ਮੀਨ ਸੀਗੀ ਉਹ ਸਰਕਾਰ ਦੀ ਮੰਨੀ ਜਾਂਦੀ ਸੀ, ਸਾਰੀ ਜ਼ਮੀਨ ਗਵਰਨਮੈਂਟ ਦੀ ਹੁੰਦੀ ਸੀਗੀ। ਗਵਰਨਮੈਂਟ ਲੋਕਾਂ ਨੂੰ ਕਿਰਾਏ ਤੇ ਜ਼ਮੀਨ ਦਿੰਦੀ ਸੀਗੀ ਤੇ ਉਸ ਦੇ ਵਿੱਚ ਇਨ ਕਾਈਂਡ ਜਿਹੜੀ ਹੈਗਾ ਸੀ ਉਹਦਾ ਕੁਝ ਸ਼ੇਅਰ ਜਿਹੜਾ ਹੁੰਦਾ ਸੀ ਸਰਕਾਰ ਨੂੰ ਦੇਣਾ ਪੈਂਦਾ ਸੀ। ਜਿਹੜੇ ਜ਼ਮੀਨ ਬੰਦੇ ਵਾਹੁੰਦੇ ਹੁੰਦੇ ਸੀਗੇ, ਕਣਕ ਜੋ ਕਣਕ ਦਾ ਹਿੱਸਾ, ਮੱਕੀ ਜੋ ਮੱਕੀ ਦਾ ਹਿੱਸਾ, ਛੋਲਿਆਂ ਦਾ ਹਿੱਸਾ, ਬਹੁਤ ਸਮੇਂ ਤੱਕ ਇਹ ਜਿਹੜਾ ਪ੍ਰੋਸੈਸ ਚੱਲਦਾ ਰਿਹਾ। ਲੈਂਡ ਰੈਵਨਿਊ ਜਿਹੜਾ ਹੈਗਾ ਸੀਗਾ ਇਕੱਠਾ ਕਰਨਾ, ਫਿਰ ਬਾਅਦ ਦੇ ਵਿੱਚ ਸਰਕਾਰ ਨੂੰ ਇਨ ਕਾਈਂਡ ਜਿਹੜਾ ਲੈਂਡ ਨੂੰ ਇਕੱਠਾ ਕੌਣ ਕਰਦੇ ਸੀਗੇ? ਸਾਡੇ ਪਟਵਾਰੀ ਹਲਕਾ ਨੰਬਰਦਾਰਾਂ ਦੀ ਸਹਾਇਤਾ ਦੇ ਨਾਲ ਪਿੰਡਾਂ 'ਚ ਜਾ ਕੇ ਇਨ ਕਾਈਂਡ ਜਿਹੜੀ ਹੈਗੀ ਸੀਗੀ ਉਹ ਹਿੱਸੇ ਬਣਵਾਉਂਦੇ ਸੀ ਸਰਕਾਰ ਦੇ। ਪਰ ਸਮੇਂ ਤੇ ਇਹ 'ਚ ਪ੍ਰੋਬਲਮਾਂ ਬਹੁਤ ਵੱਡੀਆਂ ਆਉਣ ਲੱਗੀਆਂ। ਫਿਰ ਕੀ ਹੋਇਆ? ਸਰਕਾਰ ਨੇ ਸੋਚਿਆ ਵੀ ਇਸ ਜਿਹੜੀ ਅਮਾਊਂਟ ਹੈ ਇਸਨੂੰ ਅਮਾਊਂਟ ਦੇ ਵਿੱਚ ਇਨ ਕੈਸ਼ ਦੇ ਵਿੱਚ ਇਸ ਨੂੰ ਫਿਕਸ ਕਰ ਦਿੱਤਾ ਜਾਵੇ। ਫਿਰ ਅਸੈਸਮੈਂਟ ਹੋਈ ਪਿੰਡਾਂ ਦੇ ਵਿੱਚ, ਸਾਰੀ ਜ਼ਮੀਨਾਂ ਦੀ ਅਸੈਸਮੈਂਟ ਹੋ ਕੇ ਮਾਲਕ ਐਸਟੈਬਲਿਸ਼ ਕੀਤੇ ਗਏ ਤੇ ਲੈਂਡ ਰੈਵਨਿਊ ਜਿਹੜਾ ਹੈਗਾ ਉਹ ਫਿਕਸ ਕੀਤਾ ਗਿਆ ਵੀ ਕਿਸ ਲੈਂਡ, ਪਾਰਟੀਕੂਲਰ ਲੈਂਡ ਦੇ ਵਿੱਚ ਕਿਹੜੇ ਵਿਅਕਤੀ ਦੇ ਉੱਪਰ ਕਿੰਨਾ ਮਾਮਲਾ ਸਰਕਾਰ ਨੇ
ਲੈਣਾ ਹੈ, ਕਿੰਨਾ ਗਵਰਨਮੈਂਟ ਨੂੰ ਮਾਮਲਾ ਉਸ ਪਾਰਟਿਕੂਲਰ ਵਿਅਕਤੀ ਨੇ ਕਿਹੜੀ ਜ਼ਮੀਨ ਉਹਦੇ ਕੋਲੇ ਕਬਜ਼ੇ ਵਿੱਚ ਹੈਗੀ ਹੈ, ਕਿਹੜੀ ਉਹ ਵਾਹੇਗਾ ਤੇ ਉਹਦਾ ਕਿੰਨੀ ਪੇਮੈਂਟ ਉਹ ਸਾਲ ਦਰ ਸਾਲ ਜਾਂ 2 ਕਿਸ਼ਤਾਂ ਦੇ ਵਿੱਚ ਸੌਣੀ ਦਿਹਾੜੀ ਪੇ ਕਰੇਗਾ। ਇਨਕਲੂਡਸ ਅਸਾਈਨਡ ਲੈਂਡ ਰੈਵਨਿਊ। ਜੇ ਕੋਈ ਮਾਮਲਾ ਸਰਕਾਰ ਵੱਲੋਂ ਕਿਸੇ ਫੌਜੀ ਨੂੰ ਜਾਂ ਕਿਸੇ ਮਿਲਟਰੀ ਆਫੀਸਰ ਨੂੰ ਐਜ਼ ਏ ਰਿਵਾਰਡ ਜਾਂ ਜ਼ਗੀਰਦਾਰ ਨੂੰ ਐਜ਼ ਏ ਰਿਵਾਰਡ ਦੇ ਦਿੱਤਾ ਜਾਂਦਾ ਹੈਗਾ, ਉਹਨੂੰ ਅਸੀਂ ਅਸਾਈਨ ਲੈਂਡ ਰੈਵਨਿਊ ਕਹਿੰਦੇ ਹਾਂ। ਕੀ ਹੁੰਦਾ ਕੀ ਹੈ, ਪਿੰਡ ਵਿੱਚ ਮਾਮਲਾ ਜਦੋਂ ਨੰਬਰਦਾਰ ਇਕੱਠੇ ਕਰਦੇ ਨੇ ਤਾਂ ਉਹਦੇ ਵਿੱਚ ਕਿਸੇ ਪਾਰਟਿਕੂਲਰ ਪਿੰਡ ਦਾ ਜਾਂ ਪਿੰਡ ਦੇ ਕਿਸੇ ਪਾਰਟ ਦਾ ਜਾਂ 2 ਪਿੰਡਾਂ ਦਾ ਜਾਂ 4 ਪਿੰਡਾਂ ਦਾ ਜਿਹੜਾ ਮਾਮਲਾ ਹੁੰਦਾ ਹੈ, ਉਹ ਜਦੋਂ ਇਕੱਠਾ ਹੋ ਜਾਂਦਾ, ਕਲੈਕਸ਼ਨ ਉਹਦੀ ਹੋ ਜਾਂਦੀ ਹੈ, ਉਹ ਤਹਿਸੀਲ 'ਚ ਆ ਕੇ ਜਮ੍ਹਾਂ ਹੋ ਜਾਂਦਾ ਹੈ ਫਸਲ ਬਾਕੀ ਨਵੀਸ ਦੇ ਕੋਲੇ, ਜਿਹਨੂੰ ਅਸੀਂ ਤਹਿਸੀਲ ਰੈਵਨਿਊ ਅਕਾਊਂਟੈਂਟ ਵੀ ਕਹਿ ਦਿੰਦੇ ਹਾਂ। ਉਹਦੇ ਕੋਲ ਆ ਕੇ ਜਮ੍ਹਾਂ ਹੋ ਜਾਂਦਾ, ਫਿਰ ਉਹਦੀ ਉਹ ਉਸ ਪਾਰਟੀਕੂਲਰ ਪਿੰਡ ਦੇ ਜਿਹੜੇ ਜ਼ਗੀਰਦਾਰ ਹੁੰਦੇ ਨੇ, ਜਿਨ੍ਹਾਂ ਨੂੰ ਰਿਵਾਰਡ ਵਜੋਂ ਸਰਕਾਰ ਨੇ ਅਲਾਉਡ ਕੀਤਾ ਹੈ ਹੁੰਦਾ, ਅਸਾਈਨ ਕੀਤਾ ਹੁੰਦਾ ਲੈਂਡ ਰੈਵਨਿਊ ਸਰਕਾਰ ਵੱਲੋਂ, ਉਹਨਾਂ ਵਿਅਕਤੀਆਂ ਨੂੰ ਪੇ ਕਰ ਦਿੱਤਾ ਜਾਂਦਾ ਹੈ। ਰਿਕਵਰੀ ਚਾਹੇ ਉਹ ਸਰਕਾਰ ਦੇ ਪੱਧਰ ਤੇ ਕੀਤੀ ਜਾਵੇ ਜਾਂ ਫਿਰ ਕਈ ਵਾਰੀ ਇਹ ਵੀ ਪ੍ਰੋਸੈਸ ਹੁੰਦਾ ਵੀ ਜਿਹੜੇ ਜ਼ਗੀਰਦਾਰ ਨੇ ਉਹ ਆਪਣੇ ਪੱਧਰ ਤੇ ਵੀ ਰਿਕਵਰੀ ਕਰਨਗੇ। ਪਰ ਇਹ ਜਿਹੜੀ ਅਸਾਈਨ ਲੈਂਡ ਰੈਵਨਿਊ ਦੀ ਪਰਿਭਾਸ਼ਾ ਦੇ ਵਿੱਚ ਹੀ ਅਸਾਈਨ ਲੈਂਡ ਰੈਵਨਿਊ ਵੀ ਲੈਂਡ ਰੈਵਨਿਊ ਦੀ ਪਰਿਭਾਸ਼ਾ ਵਿੱਚ ਹੀ ਆ ਜਾਂਦਾ ਹੈ। ਤੇ ਸਰਵਿਸ ਟੂ ਦਾ ਗਵਰਨਮੈਂਟ ਔਰ ਅਸਾਈਨੀ, ਕਈ ਵਾਰੀ ਕੀ ਹੁੰਦਾ ਕਿਸੇ ਵਿਅਕਤੀ ਦੇ ਕੋਲੇ ਲੈਂਡ ਰੈਵਨਿਊ ਦੇਣ ਦੇ ਲਈ ਪੈਸੇ ਨਹੀਂ ਹੁੰਦੇ। ਕੋਈ ਸਮਾਂ ਸੀਗਾ ਜਦੋਂ ਸਰਕਾਰ ਦਾ ਜਿਹੜਾ ਲੈਂਡ ਰੈਵਨਿਊ ਵਾਸ ਦਾ ਓਨਲੀ ਸੋਰਸ ਆਫ ਇਨਕਮ ਆਫ ਦਾ ਗਵਰਨਮੈਂਟ, ਬਟ ਕਈ ਲੋਕ ਕੀ ਸੀਗੇ ਲੈਂਡ ਰੈਵਨਿਊ ਪੇ ਕਰਨ ਦੇ ਖਾਤਰ ਹੀ ਜਿਹੜੀ ਆਪਣੀਆਂ ਜ਼ਮੀਨਾਂ ਹੁੰਦੀਆਂ ਸੀਗੀਆਂ ਉਹ ਛੱਡ ਦਿੰਦੇ ਸੀ, ਨਾਲ ਦੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੰਦੇ ਸੀ ਵੀ ਤੂੰ ਮਾਮਲਾ ਅਦਾ ਕਰੀ ਜਾ ਤੇ ਮੇਰੀ ਜ਼ਮੀਨ ਦਾ ਤੂੰ ਮਾਲਕ ਬਣ ਜਾ। ਤੇ ਇਸੇ ਤਰੀਕੇ ਦੇ ਨਾਲ ਸਰਵਿਸ ਟੂ ਦਾ ਗਵਰਨਮੈਂਟ ਔਰ ਦਾ ਅਸਾਈਨੀ, ਕਈ ਵਿਅਕਤੀ ਜਦੋਂ ਕੈਸ਼ ਦੇ ਵਿੱਚ ਪੇਮੈਂਟ ਨਹੀਂ ਦੇ ਸਕਦੇ ਸੀ, ਅਸਮਰਥ ਹੁੰਦੇ ਸੀ, ਤਾਂ ਉਹ ਆਪਣੀ ਸਰਵਿਸ ਦੇ ਦਿੰਦੇ ਸੀਗੇ, ਯਾਨੀ ਕਿ ਆਪਣੀ ਫਿਜ਼ੀਕਲ ਵਰਕ ਕਰਕੇ ਗਵਰਨਮੈਂਟ ਦੇ ਖਾਤੇ ਦੇ ਵਿੱਚ ਜਾਂ ਫਿਰ ਅਸਾਈਨੀ ਜਿਹਨੂੰ ਲੈਂਡ ਨੂੰ ਅਸਾਈਨ ਕੀਤਾ ਹੁੰਦਾ ਸੀਗਾ ਉਹਦੇ ਕੋਲੇ ਕੰਮ ਕਰਕੇ ਜਿਹੜਾ ਆਪਣਾ ਮਾਮਲਾ ਸੀਗਾ ਉਹ ਅਦਾ ਕਰ ਦਿੰਦੇ ਹੁੰਦੇ ਸੀਗੇ। ਯਾਨੀ ਕਿ ਉਹ ਵੀ ਜਿਹੜੀ ਸਰਵਿਸ ਹੈਗੀ ਹੈ ਜਿਹੜੀ ਅਦਾ ਕੀਤੀ ਗਈ ਹੈ ਲੈਂਡ ਨੂੰ ਪੇ ਕਰਨ ਦੇ ਇਵਜ਼ ਦੇ ਵਿੱਚ, ਉਸ ਨੂੰ ਵੀ ਅਸੀਂ ਲੈਂਡ ਨੂੰ ਹੀ ਕਹਾਂਗੇ। Then I got subsection 7 area of land revenue। area of land revenue ਕੀ ਹੁੰਦਾ ਹੈ? Land revenue remain unpaid। ਜਦੋਂ ਕਿਸੇ ਪਾਰਟਿਕੂਲਰ ਡੇਟ ਦੇ ਉੱਪਰ ਆ ਕੇ ਜਿਹੜਾ ਉਹਦੀ ਹੱਦ ਹੁੰਦੀ ਹੈ, ਉਹ ਸਮਾਂ ਸੀਮਾ ਜਿਹੜੀ ਹੈਗੀ ਖਤਮ ਹੋ ਜਾਂਦੀ ਹੈ, ਤੇ ਜਿਸ ਵਿਅਕਤੀ ਵੱਲ ਜਿਹੜਾ ਸਰਕਾਰ ਦਾ ਲੈਂਡ ਰੈਵਨਿਊ ਪੇ ਕਰਨਾ ਹੁੰਦਾ ਉਸਨੇ ਉਹ ਸਮੇਂ ਸਿਰ ਨਹੀਂ ਪੇ ਕਰ ਪਾਉਂਦਾ, ਉਹ ਡੇਟ ਵੀ ਲੰਘ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ, ਉਹ ਜਿਹੜਾ ਮਾਮਲਾ ਹੁੰਦਾ ਹੈ ਲੈਂਡ ਰੈਵਨਿਊ ਹੁੰਦਾ ਹੈ ਉਹ ਏਰੀਅਰ ਬਣ ਜਾਂਦਾ ਹੈ, ਏਰੀਅਰ ਆਫ ਲੈਂਡ ਰੈਵਨਿਊ ਬਣ ਜਾਂਦਾ ਹੈ। ਤੇ ਦੈਨ ਆ ਗਿਆ ਡਿਫਾਲਟਰ, ਸਬਸੈਕਸ਼ਨ 8। ਡਿਫਾਲਟਰ ਕੀ ਹੈ? ਸਿੰਪਲ ਜੀ ਪਰਿਭਾਸ਼ਾ ਹੈਗੀ ਹੈ ਜੀ, ਪਰਸਨ ਲਾਇਬਲ ਫਾਰ ਦਾ ਏਰੀਅਰ ਆਫ ਲੈਂਡ ਰੈਵਨਿਊ। ਜਦੋਂ ਕੋਈ ਵਿਅਕਤੀ ਹੈ, ਪਹਿਲਾਂ ਤਾਂ ਉਹ ਲੈਂਡ ਓਨਰ ਹੁੰਦਾ ਹੈ, ਲੈਂਡ ਓਨਰ ਜਦੋਂ ਸਮੇਂ ਸਿਰ ਮਾਮਲਾ ਅਦਾ ਕਰਦਾ ਹੈ, ਜਦੋਂ ਸਮੇਂ ਸਿਰ ਮਾਮਲਾ ਨਹੀਂ ਅਦਾ ਕਰਦਾ ਤਾਂ ਉਹ ਡਿਫਾਲਟਰ ਬਣ ਜਾਂਦਾ ਹੈ। ਡਿਫਾਲਟਰ ਓਨਰ ਆਫ ਦਾ ਲੈਂਡ ਵੀ ਹੋ ਸਕਦਾ ਹੈ, ਕੋਈ ਸ਼ੋਰਟੀ ਵੀ ਹੋ ਸਕਦਾ ਹੈ। ਜੇ ਕਿਸੇ ਬੰਦੇ ਨੇ ਕਿਸੇ ਵਿਅਕਤੀ ਦੀ ਸ਼ੋਰਟੀ ਦੇ ਦਿੱਤੀ ਹੋਵੇ, ਮਾਮਲਾ ਇਹਦੀ ਥਾਂ ਤੇ ਮੈਂ ਅਦਾ ਕਰਾਂਗਾ, ਤਾਂ ਸ਼ੋਰਟੀ ਵੀ ਜਿਹੜਾ ਹੈਗਾ ਉਹ ਡਿਫਾਲਟਰ ਆ ਜਾਂਦਾ ਹੈ। ਜਾਂ ਕਈ ਜਗ੍ਹਾ ਤੇ ਕੀ ਹੈਗਾ, ਜਿਹੜਾ ਪਿੰਡ ਦਾ ਨੰਬਰਦਾਰ ਹੁੰਦਾ ਹੈ ਉਹਨੂੰ ਵੀ ਡਿਫਾਲਟਰ ਕਿਹਾ ਜਾ ਸਕਦਾ ਹੈ। ਉਹ ਕਿਵੇਂ? ਜਦੋਂ ਪਿੰਡ ਦਾ ਨੰਬਰਦਾਰ ਪਿੰਡ ਦੇ ਵਿੱਚੋਂ ਜਿਹੜਾ ਮਾਮਲਾ ਹੈਗਾ ਉਹ ਇਕੱਠਾ ਕਰ ਲੈਂਦਾ, ਕਲੈਕਸ਼ਨ ਕਰ ਲੈਂਦਾ ਲੈਂਡ ਓਨਰ ਤੋਂ, ਸਾਰੀ ਦੀ ਸਾਰੀ ਕਲੈਕਸ਼ਨ ਕਰਨ ਤੋਂ ਬਾਅਦ ਕੀ ਹੁੰਦਾ, ਉਹਨੇ ਜਿਹੜੀ ਇਹ ਲੈਂਡ ਰੈਵਨਿਊ ਹੁੰਦਾ ਹੈ ਸਰਕਾਰ ਦੇ ਖਾਤੇ ਦੇ ਵਿੱਚ ਫਸਲ ਬਾਕੀ ਨਵੀਸ ਕੋਲੇ ਆ ਕੇ ਜਮ੍ਹਾਂ ਕਰਵਾਉਣਾ ਹੁੰਦਾ ਹੈ ਅੱਜ ਸਾਲ ਕਟਵਾ ਕੇ, ਪਰ ਉਹ ਇਹ ਨਹੀਂ ਕਰਦਾ, ਨਾ ਤਹਿਸੀਲ ਜਾਂਦਾ ਤੇ ਨਾ ਹੀ ਮਾਮਲਾ ਜਮ੍ਹਾਂ ਕਰਾਉਂਦਾ, ਤਾਂ ਫਿਰ ਉਹ ਜਿਹੜਾ ਨੰਬਰਦਾਰ ਹੁੰਦਾ ਹੈ ਹੀ ਮੇ ਬੀ ਕਾਲਡ ਦਾ ਡਿਫਾਲਟਰ, ਉਹਨੂੰ ਵੀ ਅਸੀਂ ਡਿਫਾਲਟਰ ਕਹਿ ਸਕਦੇ ਹਾਂ। ਯਾਨੀ ਕਿ ਡਿਫਾਲਟਰ ਕੌਣ ਕੌਣ ਹੋ ਗਏ? ਲੈਂਡ ਓਨਰ ਵੀ, ਓਨਰ ਆਫ ਦਾ ਲੈਂਡ ਵੀ ਡਿਫਾਲਟਰ ਹੋ ਸਕਦਾ ਹੈ, ਸ਼ੋਰਟੀ ਵੀ ਡਿਫਾਲਟਰ ਹੋ ਸਕਦਾ ਹੈ, ਪਿੰਡ ਦਾ ਨੰਬਰਦਾਰ ਵੀ ਡਿਫਾਲਟਰ ਹੋ ਸਕਦਾ ਹੈ। ਸਬਸੈਕਸ਼ਨ 9 ਰੇਟਸ ਐਂਡ ਸੈਸਸ। ਰੇਟਸ ਐਂਡ ਸੈਸਸ ਕੀ ਹੁੰਦੇ ਆ? ਰੇਟਸ ਐਂਡ ਸੈਸਸ ਵੀ ਇਹ ਜਿਹੜੇ ਹੈਗੇ ਆ ਲੈਂਡ ਦੇ ਨਾਲ ਹੀ ਜੁੜੇ ਹੋਏ ਹੁੰਦੇ ਆ। ਇਹ ਵੀ ਅਮਾਊਂਟਸ ਹੁੰਦੀਆਂ ਨੇ, ਲੈਂਡ ਰੈਵਨਿਊ ਤੋਂ ਅਲੱਗ ਹੁੰਦੀਆਂ ਅਮਾਊਂਟਸ। ਇਹ ਪੇਬਲ ਬਾਈ ਦਾ ਲੈਂਡ ਓਨਰਸ। ਇਹ ਕੀ ਹੁੰਦੀਆਂ ਕੀ ਨੇ? ਜਦੋਂ ਪਿੰਡ ਦੇ ਵਿੱਚ, ਪਿੰਡ ਦੇ ਆਸੇ-ਪਾਸੇ ਜਾਂ ਕੁਝ ਪਿੰਡਾਂ ਦੇ ਵਿੱਚ ਸਰਕਾਰ ਦੇ ਵੱਲੋਂ ਕੁਝ ਡਿਵੈਲਪਮੈਂਟ ਦੇ ਕੰਮ ਕੀਤੇ ਜਾਂਦੇ ਨੇ, ਕੋਈ ਸੜਕਾਂ ਬਣਾਈਆਂ ਜਾਂਦੀਆਂ ਨੇ, ਜਾਂ ਕੋਈ ਇਰੀਗੇਸ਼ਨ ਦੇ ਸੋਰਸ ਹੁੰਦੇ ਨੇ, ਜਿਹੜੇ ਨਹਿਰਾਂ, ਰਜ਼ਵਾਹੇ, ਕੋਈ ਨਵੇਂ ਖਾਲ ਬਣਵਾਏ ਜਾਂਦੇ ਹੈਗੇ ਆ, ਉਹਦੇ ਇਵਜ਼ ਦੇ ਵਿੱਚੋਂ ਜਿਹੜੀ ਸੈਸਸ ਹੁੰਦੀਆਂ ਇਹ ਸਰਕਾਰ ਵੱਲੋਂ ਕਲੈਕਟ ਕੀਤੇ ਜਾਂਦੇ ਆ। ਲੋਕਲ ਰੇਟ ਵੀ ਇਹਦੇ ਵਿੱਚ ਆ ਜਾਂਦਾ ਹੈ। ਲੋਕਲ ਰੇਟ ਕੀ ਹੁੰਦਾ ਹੈ? ਲੋਕਲ ਰੇਟ ਇੱਕ ਅਮਾਊਂਟ ਹੁੰਦੀ ਹੈ ਜਿਹੜੀ ਲੋਕਲ ਲੈਵਲ ਤੇ ਜਿਹੜੀ ਲੋਕਲ ਗਵਰਨਮੈਂਟ ਵੱਲੋਂ ਲਗਾਈ ਜਾਂਦੀ ਹੈ, ਜਿਹਦੇ ਵਿੱਚ 2 ਤਰ੍ਹਾਂ ਦੀਆਂ ਮੱਦਾਂ ਹੁੰਦੀਆਂ ਨੇ, ਇੱਕ ਪੰਚਾਇਤ ਸਮਿਤੀ, ਇੱਕ ਜ਼ਿਲ੍ਹਾ ਪਰਿਸ਼ਦ। 40% ਜਿਹੜਾ ਅਮਾਊਂਟ ਹੁੰਦੀ ਹੈ ਇਹ
ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਹੈਡ ਦੇ ਵਿੱਚ ਲਈ ਜਮ੍ਹਾਂ ਕਰਾਉਣੀ ਹੁੰਦੀ ਹੈ ਲੋਕਲ ਰੇਟ ਦੀ, ਤੇ 60% ਜਿਹੜੀ ਅਮਾਊਂਟ ਹੁੰਦੀ ਹੈ ਇਹ ਪੰਚਾਇਤ ਸਮਿਤੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਣੀ ਹੁੰਦੀ ਹੈ। ਇਸੇ ਤਰੀਕੇ ਐਨੂਅਲ ਰੇਟਸ ਕੁਝ ਹੁੰਦੇ ਨੇ। ਨਾਰਦਰਨ ਇੰਡੀਆ ਕੈਨਾਲ ਡਰੇਨੇਜ ਐਕਟ ਜਿਹੜਾ ਹੈਗਾ ਉਹਦੀ ਸੈਕਸ਼ਨ 59 ਹੈਗੀ ਹੈ, ਉਹਦੇ ਤਹਿਤ ਜਦੋਂ ਨਹਿਰਾਂ ਦੇ ਵਿੱਚ ਕੋਈ ਰਿਪੇਅਰ ਕਰਾਈ ਜਾਂਦੀ ਹੈ ਸਰਕਾਰ ਵੱਲੋਂ, ਹੁਣ ਤਾਂ ਇਹ ਚੀਜ਼ਾਂ ਜਿਹੜੀਆਂ ਘਟ ਗਈਆਂ। ਇਹ ਪਹਿਲੇ ਜ਼ਮਾਨੇ 'ਚ ਜਦ ਲੱਗਦਾ ਸੀਗਾ ਰਿਪੇਅਰ ਦੇ ਚਾਰजेस ਕਰਕੇ, ਜਦੋਂ ਸਰਕਾਰ ਦੇ ਕੁਝ ਫੰਡਸ ਯੂਟਿਲਾਈਜ਼ ਹੁੰਦੇ ਸੀ ਤਾਂ ਸਰਕਾਰ ਉਹ ਫੰਡਸ ਦੀ ਕਲੈਕਸ਼ਨ ਦੇ ਖਾਤਰ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਫਾਰ ਦਾ ਟਾਈਮ ਬਿੰਗ ਜਿਹੜਾ ਸੀਗਾ ਇਹ ਰਿਕਵਰੀ ਕਰਦੀ ਸੀ ਪਿੰਡ ਦੇ ਮਾਲਕਾਂ ਤੋਂ। ਵਿਲੇਜ ਆਫੀਸਰ ਸੈਸ, ਇਸ ਤਰੀਕੇ ਜਦੋਂ ਨੰਬਰਦਾਰਾਂ ਨੂੰ ਕੋਈ ਜਿਹੜੀ ਸੈਸ ਦਿੱਤੀ ਜਾਂਦੀ ਹੈ ਨੰਬਰਦਾਰਾਂ ਨੂੰ, ਕੋਈ ਉਹਦੀ ਰਿਕਵਰੀ ਦੇ ਇਵਜ਼ ਦੇ ਵਿੱਚੋਂ ਕੁਝ ਪਰਸੈਂਟੇਜ ਜਿਹੜਾ ਹੈਗਾ 5% ਜਿਹੜਾ ਮਾਮਲੇ ਵਿੱਚੋਂ ਦਿੱਤਾ ਜਾਂਦਾ। ਇਸ ਤਰੀਕੇ ਇਹ ਜਿਹੜਾ ਲੈਂਡ ਰੈਵਨਿਊ ਵਿਲੇਜ ਆਫੀਸਰ ਸੈਸ ਹੈਗੀ ਹੈ, ਇਹ ਵੀ ਪਿੰਡ ਦੇ ਇਹ ਰੇਟਸ ਐਂਡ ਸੈਸ ਦੀ ਪਰਿਭਾਸ਼ਾ ਵਿੱਚ ਆ ਜਾਂਦੀ ਹੈ। ਤਾਂ ਪਿੰਡ ਦੇ ਵਿਲੇਜ ਐਕਸਪੈਂਸਸ ਵੀ ਹੁੰਦੇ, ਕੁਝ ਪਿੰਡ ਦੇ ਸਾਂਝੇ ਖਰਚੇ ਵੀ ਹੁੰਦੇ ਆ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕੋਈ ਟੋਭਾ ਹੈਗਾ ਉਹਦੀ ਰਿਪੇਅਰ ਕਰਵਾਈ ਆ, ਉਹ ਡੂੰਘਾ ਕਰਵਾਇਆ ਹੈਗਾ, ਜਾਂ ਕੋਈ ਰਸਤੇ ਹੈਗੇ ਆ, ਕੋਈ ਇਦਾਂ ਦੇ ਕੋਈ ਜਿਹੜੇ ਸਾਂਝੇ ਕੰਮ ਨੇ ਪਿੰਡ ਦੇ ਉਹ ਕਰਵਾਏ ਆ ਪਿੰਡ ਦੇ, ਉਹ ਫਿਰ ਢਾਲ ਕੀਤੀ ਜਾਂਦੇ ਪਿੰਡ ਦੇ ਸਾਂਝੇ ਕੰਮ ਨੂੰ ਇਕੱਠੇ ਕੰਮ ਦੇ ਕਰਨ ਦੀ ਖਾਤਰ। ਵਿਲੇਜ ਐਕਸਪੈਂਸਸ ਉਹ ਵੀ ਜਿਹੜੇ ਰੇਟਸ ਐਂਡ ਸੈਸਸ ਵਗੈਰਾ ਦੇ ਰੂਪ ਦੇ ਵਿੱਚ ਸਰਕਾਰ ਕਲੈਕਟ ਕਰਦੀ ਹੈ, ਪਿੰਡ ਦੇ ਮਾਲਕਾਂ ਤੋਂ ਕਰਦੀ ਹੈ। ਨੈਕਸਟ ਆ ਜਾਂਦਾ ਸਬਸੈਕਸ਼ਨ 10 ਵਿਲੇਜ ਸੈਸ। ਵਿਲੇਜ ਸੈਸ ਵੀ ਪਿੰਡ ਦਾ ਰੀਤੀ ਰਿਵਾਜਾਂ ਦੇ ਮੁਤਾਬਕ, ਜਿਵੇਂ ਹੁਣ ਅੱਜ ਵੀ ਆਪਾਂ ਦੇਖਦੇ ਹਾਂ ਪਿੰਡ 'ਚ ਕੋਈ ਕੰਮ ਕਰਵਾਉਂਦੇ ਹੈਗੇ, ਲੋਕ ਇਕੱਠੇ ਹੋ ਕੇ ਕਰਵਾਉਂਦੇ ਆ, ਕੰਟਰੀਬਿਊਸ਼ਨ ਪਾਉਂਦੇ ਆ, ਜਿਹਨੂੰ ਆਪਾਂ ਢਾਲ ਕਹਿੰਦੇ ਨੇ ਵੀ ਪਿੰਡ 'ਚ ਢਾਲ ਇਕੱਠੀ ਕੀਤੀ ਹੈ, ਕਿਹੜੇ ਮਾਲਕਾਂ ਤੋਂ ਇਕੱਠੀ ਕੀਤੀ ਹੈ, ਗੈਰ ਮਾਲਕਾਂ ਤੋਂ ਕੀਤੀ ਹੈ, ਮਾਲਕਾਂ ਤੋਂ ਕੀਤੀ ਹੈ, ਜ਼ਿਮੀਂਦਾਰਾਂ ਤੋਂ ਕੀਤੀ ਹੈ, ਜਾਂ ਗੈਰ ਜ਼ਿਮੀਂਦਾਰਾਂ ਤੋਂ ਕੀਤੀ ਹੈ, ਜਾਂ ਦੋਨਾਂ ਤੋਂ ਕੀਤੀ ਹੈ। ਕੋਈ ਕੰਮ ਇਦਾਂ ਦਾ ਹੈਗਾ ਜਿਹੜਾ ਸਾਰੇ ਪਿੰਡ ਦੀ ਭਲਾਈ ਦੇ ਲਈ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਜਾਂ ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਕਮੇਟੀ ਬਣਾ ਕੇ ਕੀਤਾ ਜਾਂਦਾ, ਉਹਨੂੰ ਅਸੀਂ ਵਿਲੇਜ ਸੈਸ ਕਿਹਾ ਜਾਂਦਾ ਹੈਗਾ। ਦੈਨ ਆ ਜਾਂਦਾ ਵਿਲੇਜ ਆਫੀਸਰ। ਵਿਲੇਜ ਆਫੀਸਰ ਕੀ ਹੁੰਦਾ? ਪਿੰਡ ਦੇ ਪਟਵਾਰੀ ਨੂੰ ਵੀ ਵਿਲੇਜ ਆਫੀਸਰ ਕਿਹਾ ਜਾਂਦਾ, ਪਿੰਡ ਦੇ ਨੰਬਰਦਾਰ ਨੂੰ ਵੀ ਵਿਲੇਜ ਆਫੀਸਰ ਕਿਹਾ ਜਾਂਦਾ ਹੈ, ਜਾਂ ਫਿਰ ਚੀਫ ਹੈਡਮੈਨ। ਪਹਿਲਾਂ ਜਿੱਥੇ ਪਿੰਡ ਦੇ ਵਿੱਚ ਕਈ ਵੱਡੇ ਪਿੰਡ ਹੁੰਦੇ ਸੀ, ਜਿੱਥੇ 8-8 10-10 ਨੰਬਰਦਾਰ ਹੁੰਦੇ ਸੀ, ਇੱਕ ਨੰਬਰਦਾਰ ਦੀ ਪੋਸਟ ਹੁੰਦੀ ਸੀ, ਚੀਫ ਹੈਡਮੈਨ ਕਿਹਾ ਜਾਂਦਾ ਸੀ। ਹੈਡਮੈਨ ਕਿਹਾ ਜਾਂਦਾ ਸੀ ਨੰਬਰਦਾਰਾਂ ਨੂੰ, ਤੇ ਚੀਫ ਹੈਡਮੈਨ ਕਿਹਾ ਜਾਂਦਾ ਸੀ ਇੱਕ ਨੰਬਰਦਾਰ ਜਿਹੜਾ ਸਭ ਤੋਂ ਵੱਡਾ ਨੰਬਰਦਾਰ ਕਿਹਾ ਜਾਂਦਾ ਸੀ, ਉਹਨੂੰ ਚੀਫ ਹੈਡਮੈਨ ਕਿਹਾ ਜਾਂਦਾ। ਜਿਨਕੇ ਸਾਰੇ ਚੀਫ ਹੈਡਮੈਨ ਹੋਵੇ, ਚਾਹੇ ਹੈਡਮੈਨ ਹੋਵੇ, ਚਾਹੇ ਪਟਵਾਰੀ ਹੋਵੇ, ਨੰਬਰਦਾਰ ਹੋਵੇ, ਸਾਰੇ ਹੀ ਵਿਲੇਜ ਆਫੀਸਰ ਦੀ ਪਰਿਭਾਸ਼ਾ ਵਿੱਚ ਆਉਂਦੇ ਆ। सबसेक्शन 11 हैगी। नेक्स्ट है सबसेक्शन 12 रेवेन्यू ऑफिसर। इस एक्ट के तहत लैंड रेवेन्यू एक्ट के तहत जो भी कोई ऑफिसर काम असीं करते हैं उसनूं असीं रेवेन्यू ऑफिसर कहा जाता है, चाहे वो नैब सीलर हो, चाहे वो तहसीलदार हो, एसडीएम हो, एडीसी हो, तो एफसीआर तक जो सारे है ये रेवेन्यू ऑफिसर की परिभाषा आ जाते हैं। कमिश्नर, एफसीआर, कलैक्टर। इस एक्ट के तहत जो भी ऑफिसर अथोराइज किए जाते हैं सरकार वालों, उन्होंने रेवेन्यू ऑफिसर कहा जाता है। नेक्स्ट है सबसेक्शन 13 लीगल प्रैक्टिशनर। लीगल प्रैक्टिशनर एक्ट हैगा एक बनाया हुआ 1879। ਉਹਦੇ ਮੁਤਾਬਕ ਜਿੰਨੇ ਵੀ ਜਿਹੜੇ ਵੀ ਕੋਈ ਪ੍ਰੈਕਟਿਸ ਕਰ ਸਕਦਾ ਹੈਗਾ ਕੋਰਟ ਦੇ ਵਿੱਚ, ਚਾਹੇ ਰੈਵਨਿਊ ਆਫੀਸਰ ਦੀ ਕੋਰਟ ਜਾ ਕੇ ਕੰਮ ਕਰਨਾ ਹੈ, ਚਾਹੇ ਕਿਸੇ ਵੀ ਕੋਰਟ ਜਾ ਕੇ ਕੰਮ ਕਰਨਾ ਹੈ, ਉਸ ਐਕਟ ਦੇ ਤਹਿਤ ਜਿਹੜੇ ਵਿਅਕਤੀ ਕੰਮ ਕਰਨ ਦੇ ਲਈ ਅਥੋਰਾਈਜ਼ ਹੁੰਦੇ ਆ ਉਹਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਕਹਿੰਦੇ ਆ। ਤੇ ਪਰ ਜਿਹੜਾ ਕੋਈ ਮੁਖਤਿਆਰਨਾਮਾ ਕਿਸੇ ਵਿਅਕਤੀ ਕੋਲੇ ਹੁੰਦਾ ਹੈ, ਚਾਹੇ ਉਹ ਪਾਵਰ ਟੌਰਨੀ ਸਪੈਸ਼ਲ ਹੋਵੇ, ਚਾਹੇ ਆਮ ਮੁਖਤਿਆਰਨਾਮਾ ਹੋਵੇ, ਉਸਨੂੰ ਉਸ ਵਿਅਕਤੀ ਨੂੰ ਜਿਹੜਾ ਐਜ ਏ ਮੁਖਤਿਆਰ ਕਿਸੇ ਕੋਰਟ ਜਾ ਕੇ ਪੇਸ਼ ਹੁੰਦਾ ਹੈ, ਕਿਸੇ ਰੈਵਨਿਊ ਦੀ ਕੋਰਟ 'ਚ ਪੇਸ਼ ਹੁੰਦਾ ਹੈ, ਕਿਸੇ ਵੀ ਕੋਰਟ 'ਚ ਪੇਸ਼ ਹੁੰਦਾ ਹੈ, ਉਸ ਵਿਅਕਤੀ ਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਨਹੀਂ ਕਹਿ ਸਕਦੇ। ਦੈਨ ਆ ਜਾਂਦਾ ਐਗਰੀਕਲਚਰ ਈਅਰ। ਜਿਹੜਾ ਐਗਰੀਕਲਚਰ ਈਅਰ ਹੁੰਦਾ ਹੈਗਾ ਉਹ ਹੈਗਾ 16 ਜੂਨ। 16 ਜੂਨ ਤੋਂ ਸਟਾਰਟ ਹੁੰਦਾ ਸਰਕਾਰ ਦੇ ਮੁਤਾਬਕ, ਪਰ ਸਰਕਾਰ ਇਸ ਨੂੰ ਕਿਸੇ ਵੇਲੇ ਵੀ ਜੇ ਚਾਹੇ ਤਾਂ ਸਰਕਾਰ ਚੇਂਜ ਵੀ ਕਰ ਸਕਦੀ ਹੈ, ਪਰ ਰੂਟੀਨ ਦੇ ਵਿੱਚ ਜਿਹੜਾ ਹੈਗਾ ਸਾਡਾ ਐਗਰੀਕਲਚਰ ਈਅਰ ਹੈ ਇਹ 16 ਜੂਨ ਨੂੰ ਸਟਾਰਟ ਹੁੰਦਾ ਹੈ। 16 ਜੂਨ ਤੋਂ ਲੈ ਕੇ 15 ਜੂਨ ਤੱਕ ਸਟਾਰਟ ਹੁੰਦਾ। ਜਿਵੇਂ ਜ਼ਮੀਨਾਂ ਦੀਆਂ ਤਬਦੀਲੀਆਂ ਹੁੰਦੀਆਂ ਨੇ, ਜ਼ਮੀਨ ਲੋਕ ਠੇਕੇ ਦੇ ਦਿੰਦੇ ਨੇ, ਹੋਰ ਦਿੰਦੇ ਨੇ, ਵਟਾਈ ਦੇ ਦਿੰਦੇ ਨੇ, ਉਹ ਜਿਹੜੇ ਮਤਲਬ ਕਿ ਜੂਨ ਤੋਂ ਲੈ ਕੇ ਜੂਨ ਤੱਕ ਹੀ ਦਿੰਦੇ ਹੈਗੇ। ਇੱਥੋਂ ਸਟਾਰਟ ਹੁੰਦਾ ਜਿਹੜਾ ਸਾਲ ਹੁੰਦਾ ਹੈ, ਮਤਲਬ ਸੋਹਣੀ ਦੀ ਫਸਲ ਤੋਂ ਸਟਾਰਟ ਹੁੰਦਾ ਹੈ। ਜੂਨ ਦੇ ਵਿੱਚ ਆ ਕੇ ਸੋਹਣੀ ਦੀ ਫਸਲ ਬੀਜੀ ਜਾਂਦੀ ਹੈ, ਜਾਣੀ ਕਿ ਜੀਰੀ ਬੀਜੀ ਜਾਂਦੀ ਹੈ, ਠੀਕ ਹੈ, ਜੀਰੀ ਦੀ ਫਸਲ ਬੀਜੀ ਜਾਂਦੀ ਹੈ। ਫਿਰ ਆ ਕੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਜਾਂ ਮਾਰਚ ਦੇ ਮਹੀਨੇ ਵਿੱਚ ਕਣਕ ਕੱਟੀ ਜਾਂਦੀ ਹੈ, ਜਾਣੀ ਕਿ 2 ਫਸਲਾਂ ਕਵਰ ਹੋ ਜਾਂਦੀਆਂ ਨੇ ਐਗਰੀਕਲਚਰ ਈਅਰ ਦੀਆਂ। ਜੂਨ ਤੋਂ ਸਟਾਰਟ ਹੋ ਕੇ ਸੋਹਣੀ ਤੋਂ ਸਟਾਰਟ ਹੋ ਕੇ ਹਾੜੀ ਤੇ ਖਤਮ ਹੋ ਜਾਂਦਾ ਹੈ। सबसेक्शन 16 है इनकम्बरेंस। इनकम्बरेंस की ਹੁੰਦਾ ਹੈ? ਚਾਰਜ ਔਰ ਕਲੇਮ ਅਗੇਂਸਟ ਦਾ ਲੈਂਡ। ਕਿਸੇ ਵੀ ਜ਼ਮੀਨ ਦੇ ਉੱਪਰ ਕੋਈ ਵੀ ਭਾਰ ਹੈ, ਕੋਈ ਲੋਨ ਲਿਆ, ਕਿਸੇ ਨੇ ਕਰਜ਼ਾ ਲਿਆ ਹੈਗਾ, ਉਸਨੂੰ ਅਸੀਂ ਜਿਵੇਂ ਭਾਰ ਮੁਕਤ ਸਰਟੀਫਿਕੇਟ ਅੱਜ ਕੱਲ੍ਹ ਅਸੀਂ ਲੈਂਦੇ ਹਾਂ ਕਿਸੇ ਵੀ ਲੈਂਡ ਦੇ ਅਗੇਂਸਟ, ਬੈਂਕਾਂ ਲੈਂਦੀਆਂ ਨੇ, ਹੋਰ ਲੈਂਦੀਆਂ ਨੇ,
ਉਹਨੂੰ ਅਸੀਂ ਇਨਕੰਬਰੈਂਸ ਕਹਿੰਦੇ ਹਾਂ। ਕੋਈ ਵੀ ਇਦਾਂ ਦਾ ਵਜਨ ਹੁੰਦਾ ਹੈ ਲੈਂਡ ਦੇ ਉੱਪਰ, ਦੈਟ ਇਜ਼ ਕਾਲਡ ਇਨਕੰਬਰੈਂਸ। ਸਰਵੇ ਮਾਰਕ ਕੀ ਹੁੰਦੇ ਨੇ? ਚਾਹੇ ਰੈਵਨਿਊ ਡਿਪਾਰਟਮੈਂਟ ਨੇ ਲਗਾਏ ਹੋਣ, ਚਾਹੇ ਸਰਵੇ ਆਫ ਇੰਡੀਆ ਨੇ ਲਗਾਏ ਹੋਣ, ਜਿਹੜੀ ਵੀ ਜ਼ਮੀਨ ਦੇ ਉੱਪਰ ਮਾਰਕ ਲਗਾਏ ਹੋਏ ਨੇ, ਬੁਰਜੀਆਂ ਲਗਾਈਆਂ ਜਾਂਦੀਆਂ ਨੇ, ਚਾਹੇ ਉਹ ਪਿੰਡ ਦੀ ਹੱਦਾਂ ਤੇ ਹੋਣ, ਚਾਹੇ ਉਹ ਮਰਬੇ ਦੀਆਂ ਹੱਦਾਂ ਤੇ ਹੋਣ, ਉਸ ਨੂੰ ਅਸੀਂ ਸਰਵੇ ਮਾਰਕ ਕਹਿੰਦੇ ਆ। ਇਸੇ ਤਰੀਕੇ ਸਬ ਸੈਕਸ਼ਨ 18 ਹੈਗਾ ਨੈਟ ਅਸੈਟਸ। ਨੈਟ ਅਸੈਟਸ ਬਹੁਤ ਇੰਪੋਰਟੈਂਟ ਪਾਰਟ ਹੈ, ਬਹੁਤ ਇੰਪੋਰਟੈਂਟ ਮਤਲਬ ਕਿ ਵਰਡ ਹੈਗਾ, ਇਹ ਅਕਸਰ ਪੇਪਰ 'ਚ ਆਉਂਦਾ ਰਹਿੰਦਾ ਹੈ। ਹੁੰਦਾ ਕੀ ਨੈਟ ਅਸੈਟਸ, ਜਿਵੇਂ ਆਪਾਂ ਕਹਿੰਦੇ ਆ ਆਪਾਂ ਵੀ ਸਾਰੇ ਖਰਚੇ ਕੱਢ ਕੇ ਜ਼ਮੀਨ ਚੋਂ ਬਚਿਆ ਕੀ ਸਾਡੇ ਕੋਲੇ, ਖੇਤੀਬਾੜੀ ਕੀਤੀ, ਖੇਤੀਬਾੜੀ ਦੇ ਕਿਹੜੇ ਕਿਹੜੇ ਖਰਚੇ ਹੁੰਦੇ ਨੇ। ਇਹ ਨੈਟ ਅਸੈਟਸ ਦੀ ਸਿੰਪਲ ਜੀ ਜਿਹੜੀ ਉਹ ਹੈਗੀ ਹੈ ਡੈਫੀਨੇਸ਼ਨ ਹੈ, ਐਸਟੀਮੇਟ ਐਵਰੇਜ ਐਨੂਅਲ ਪ੍ਰੋਡਿਊਸ ਆਫ ਦਾ ਲੈਂਡ। ਐਸਟੀਮੇਟ ਐਵਰੇਜ ਐਨੂਅਲ ਪ੍ਰੋਡਿਊਸ ਆਫ ਦਾ ਲੈਂਡ ਆਫਟਰ ਡਿਡਕਸ਼ਨ ਆਫ ਦਾ ਕਾਸਟਸ। ਡਿਡਕਸ਼ਨ ਕੀ ਹੁੰਦੀਆਂ ਨੇ? ਪਾਣੀ ਦੇ ਖਰਚੇ, ਪਾਣੀ ਕਿਸ ਤੋਂ ਮੁੱਲ ਲਿਆ ਜਾਂ ਨਹਿਰ ਦਾ ਮਾਮਲਾ ਭਰਿਆ, ਇਹ ਜਿਹੜੇ ਕੁਝ ਡਿਡਕਸ਼ਨਸ ਨੇ, ਕਿਹੜੀਆਂ ਡਿਡਕਸ਼ਨ ਨੇ, ਇਹ ਖਰਚੇ ਜਿਹੜੇ ਪੈਂਦੇ ਨੇ, ਇਹ ਕੱਢ ਕੇ ਹੀ ਜਿਹੜੀ ਅਮਾਊਂਟ ਬਚਦੀ ਹੈ, ਜਿਹੜੀ ਖੇਤੀਬਾੜੀ ਫਸਲ ਹੋਈ ਉਹਦੇ ਵਿੱਚੋਂ ਖਰਚੇ ਕਿਹੜੇ ਕਿਹੜੇ। ਪਾਣੀ ਦਾ ਖਰਚਾ ਕੱਢ ਦਿੱਤਾ, ਮੇਨਟੇਨੈਂਸ ਆਫ ਦਾ ਇਰੀਗੇਸ਼ਨ ਮੀਨਸ ਕੋਈ ਖਾਲਾਂ ਦੀ ਰਿਪੇਅਰ ਕਰਾਈ ਹੈ, ਕੋਈ ਨੱਕੇ ਉਹਦੇ ਬਣਵਾਏ ਹੈਗੇ ਆ, ਪੱਕੇ ਖਾਲਾਂ ਖੇਤ ਦੇ ਵਿੱਚ, ਉਹਦੀ ਰਿਪੇਅਰ ਕਰਵਾਈ ਹੈ, ਉਹਦੇ ਉੱਪਰ ਖਰਚਾ ਆ ਗਿਆ। ਬੀਜ ਪਿਆ, ਖਾਦ ਪਈ, ਇੰਪਰੂਵਡ ਇੰਪਲੀਮੈਂਟਸ ਆਫ ਦਾ ਹਸਬੈਂਡਰੀ, ਜਿਹੜੇ ਖੇਤੀਬਾੜੀ ਦੇ ਜਿਹੜੇ ਸੰਦ ਸੀਗੇ, ਸੰਦਾਂ ਦੀ ਰਿਪੇਅਰ ਕਰਵਾਈ। ਫਾਡਰ, ਚਾਰੇ ਵਗੈਰਾ, ਜਿਹੜਾ ਪਸ਼ੂ ਵਗੈਰਾ ਨੂੰ ਚਾਰਾ ਵਗੈਰਾ ਚਾਰਿਆ। ਬੈਡ ਹਾਰਵੈਸਟ, ਸਪੈਸ਼ਲ ਅਵੇਟਮੈਂਟਸ, ਕੁਛ ਮੌਸਮ ਦੇ ਖਰਾਬ ਹੋਣ ਦੇ ਨਾਲ ਕੁਛ ਨੁਕਸਾਨ ਵੀ ਹੋਏ, ਉਹ ਵੀ ਵਿੱਚੋਂ ਕੱਢੇ ਜਾਣਗੇ। ਕਾਸਟ ਆਫ ਦਾ ਕਲੈਕਸ਼ਨ ਆਫ ਦਾ ਰੈਂਟਸ, ਕੁਛ ਜਿਹੜੇ ਹੈਗੇ ਮਾਮਲਾ ਰੈਂਟ ਇਕੱਠਾ ਕਰਨ ਦੀ ਖਾਤਰ, ਕੁਛ ਮੇਵੀ ਰਕਬਾ, ਕੁਛ ਰਕਬਾ ਕਿਸੇ ਨੂੰ ਕਿਰਾਏ ਤੇ ਦਿੱਤਾ ਹੈ ਹੋਵੇ, ਟੇਨੈਂਟਸ ਨੂੰ ਦਿੱਤਾ ਹੈ ਹੋਵੇ, ਉਹਦੇ ਤੋਂ ਰੈਂਟ ਕਲੈਕਟ ਕਰਨ ਦੀ ਖਾਤਰ ਜਿਹੜਾ ਖਰਚਾ ਆਉਂਦਾ ਹੈ ਆਉਣ ਜਾਣ ਦਾ, ਉਹ ਵਿੱਚ ਕਵਰ ਹੋਏਗਾ। ਦੈਨ ਆ ਜਾਂਦਾ ਅਲਾਉਂਸਸ ਫਾਰ ਸਟੋਰੇਜ ਇਨ ਦਾ ਕਲੈਕਸ਼ਨ ਆਫ ਦਾ ਰੈਂਟ। ਕੁਛ ਰੈਂਟ ਕਲੈਕਟ ਕੀਤੇ, ਰੈਂਟ ਕਲੈਕਟ ਕਰਕੇ ਜਿਵੇਂ ਕਿ ਕਣਕ ਇਕੱਠੀ ਕੀਤੀ ਜਾਂ ਛੋਲੇ ਇਕੱਠੇ ਕੀਤੇ, ਉਹਨੂੰ ਕਲੈਕਟ ਕਰਕੇ ਕਿਸ ਤੋਂ ਕਿਰਾਏ ਤੇ ਕੋਈ ਮਕਾਨ ਲਿਆ ਹੋ ਲਿਆ, ਉਹ 'ਚ ਸਟੋਰ ਕੀਤਾ, ਉਹਦੇ ਉੱਪਰ ਜਿਹੜਾ ਰੈਂਟ ਦਿੱਤਾ ਗਿਆ, ਉਹ ਖਰਚਾ ਵੀ ਸਾਰਾ ਉਹਦੇ ਵਿੱਚ ਕਵਰ ਹੋ ਜਾਂਦਾ ਹੈ। ਇਸੇ ਤਰੀਕੇ ਐਡਵਾਂਸ ਦੇ ਵਿੱਚ ਕਈ ਵਾਰੀ ਪਿੰਡਾਂ 'ਚ ਤੁਸੀਂ ਦੇਖਿਆ ਹੋਏਗਾ, ਪਿੰਡਾਂ ਦੇ ਵਿੱਚ ਜਿਹੜੇ ਸੀਰੀ ਤਲਦੇ ਆ, ਪਾਲੀ ਤਲਦੇ ਆ, ਉਹ ਕਹਿੰਦੇ ਸਾਨੂੰ ਤਾਂ ਐਡਵਾਂਸ ਦੇ ਵਿੱਚ ਪੇਮੈਂਟ ਦਿਓ ਜੀ, ਸਾਨੂੰ ਤਾਂ ਲੱਖ ਰੁਪਏ ਐਡਵਾਂਸ ਚਾਹੀਦਾ, ਤਾਂ ਅਸੀਂ ਤੁਹਾਡੇ ਕੋਲ ਕੰਮ ਕਰਾਂਗੇ। ਇਸ ਕਰਕੇ ਉਹ ਜਿਹੜੀ ਅਮਾਊਂਟ ਹੁੰਦੀ ਹੈ ਐਡਵਾਂਸ ਦਿੱਤੀ ਜਾਂਦੀ ਹੈ, ਉਹਦੇ ਤੋਂ ਜਿਹੜਾ ਇੰਟਰਸਟ ਪੈਂਦਾ ਹੈਗਾ, ਉਹ ਵੀ ਜਿਹੜੀ ਇਹ ਖੇਤੀਬਾੜੀ ਦੇ ਵਿੱਚ ਉਹੀ ਜਿਹੜਾ ਹੈਗਾ ਖਰਚਿਆਂ ਵਿੱਚ ਕਵਰ ਹੁੰਦਾ ਹੈ। ਦੈਨ ਵੇਜਸ ਔਰ ਕਸਟਮਰੀ ਡਿਊਜ਼ ਪੇ ਟੂ ਦਾ ਆਰਟੀਸਨਸ। ਪਿੰਡ ਦੇ ਜਦੋਂ ਆਪਾਂ ਸੰਦ ਸਮੁੰਦ ਆਪਾਂ ਲਹਾਰਾਂ ਤੋਂ, ਤਰਖਾਣਾਂ ਤੋਂ ਆਪਾਂ ਆਪਣੇ ਜਿਹੜੇ ਖੇਤੀਬਾੜੀ ਦੇ ਜਿਹੜੇ ਸੰਦ ਹੁੰਦੇ ਨੇ, ਉਹਨਾਂ ਦੀ ਰਿਪੇਅਰ ਕਰਵਾਉਂਦੇ ਰਹਿੰਦੇ ਆ ਸਾਲ ਦੇ ਵਿੱਚ ਸਾਲ। ਫਿਰ ਉਹਨਾਂ ਨੂੰ ਉਹਨਾਂ ਦੇ ਮੁਤਾਬਕ, ਜਿਵੇਂ ਕਿਸੇ ਨੂੰ 1 ਬੋਰੀ, ਕਿਸੇ ਨੂੰ 2 ਬੋਰੀ ਕਣਕ ਦੀ ਦੇਣੀ ਹੁੰਦੀ ਹੈ, ਉਹ ਜਿਹੜੇ ਸਾਰੇ ਖਰਚੇ ਇੱਦਾਂ ਦੇ ਹੈਗੇ ਆ, ਇਹ ਟੋਟਲ ਖਰਚੇ ਕੱਢ ਕੇ, ਤੇਲ ਵਗੈਰਾ ਦੇ, ਟਰੈਕਟਰ ਵਗੈਰਾ ਦੇ, ਇਹ ਸਾਰੇ ਖਰਚੇ ਕੱਢ ਕੇ ਜਿਹੜਾ ਬਾਕੀ ਅਮਾਊਂਟ ਜਿਹੜੀ ਬਚ ਜਾਂਦੀ ਹੈ ਪ੍ਰੋਡਿਊਸ ਦੀ, ਉਹਨੂੰ ਅਸੀਂ ਨੈਟ ਅਸੈਟਸ ਕਿਹਾ ਜਾਂਦਾ ਹੈ। ਇਹ ਨੈਟ ਅਸੈਟਸ ਵਾਰ-ਵਾਰ ਜਗ੍ਹਾ ਤੇ ਯੂਟਿਲਾਈਜ਼ ਹੋਏਗਾ ਵਰਡ ਹੈਗਾ। ਹੁਣ ਤੁਹਾਨੂੰ ਇਹ ਸਮਝ ਆ ਗਿਆ ਸਾਰਾ ਵੀ ਇਹ ਨੈਟ ਅਸੈਟਸ ਕਹਿੰਦੇ ਕਿਹਨੂੰ ਅਸੀਂ। ਇਸੇ ਤਰੀਕੇ ਨੈਟ ਲੈਟਿੰਗ ਵੈਲਿਊ ਹੁੰਦੀ ਹੈ, ਸਬ ਸੈਕਸ਼ਨ 18A ਨੈਟ ਲੈਟਿੰਗ ਵੈਲਿਊ, ਯਾਨੀ ਕਿ ਨੈਟ ਅਸੈਟਸ ਦਾ ਯੂਜ਼ ਹੁੰਦਾ ਹੈ ਫਾਰ ਦਾ ਪਰਪਸ ਆਫ ਐਗਰੀਕਲਚਰ ਲੈਂਡ। ਜਿਹੜੀ ਨੈਟ ਲੈਟਿੰਗ ਵੈਲਿਊ ਹੁੰਦੀ ਹੈ, ਇਹ ਯੂਟਿਲਾਈਜ਼ ਕੀਤੀ ਜਾਂਦੀ ਹੈ ਨॉट ਐਗਰੀਕਲਚਰ ਪ੍ਰੋਪਰਟੀ। ਇਹ ਪ੍ਰੋਪਰਟੀ ਹੁੰਦੀ ਹੈ ਜਿਵੇਂ ਕਿ ਕੋਈ ਫੈਕਟਰੀ ਹੋਈ, ਕੋਈ ਬਿਲਡਿੰਗ ਹੋ ਗਈ, ਕੋਈ ਘਰ ਹੋ ਗਿਆ, ਇਮਾਰਤ ਹੋ ਗਈ, ਲੇਕਿਨ ਨॉट ਐਗਰੀਕਲਚਰ। ਐਸਟੀਮੇਟ ਐਨੂਅਲ ਰੈਂਟ ਆਫਟਰ ਡਿਡਕਸ਼ਨ, ਖਰਚੇ ਕੱਢ ਕੇ ਜਿਹੜਾ ਕਿਰਾਇਆ ਬਚ ਗਿਆ, ਮੰਨ ਲਓ ਕੋਈ ਬਿਲਡਿੰਗ ਕਿਰਾਏ ਤੇ ਦਿੱਤੀ ਹੋਈ ਹੈ, ਕੋਈ ਫੈਕਟਰੀ ਕਿਰਾਏ ਤੇ ਦਿੱਤੀ ਹੈ, ਕੋਈ ਇਮਾਰਤ ਕਿਰਾਏ ਤੇ ਦਿੱਤੀ ਹੋਈ ਹੈ, ਉਹਦੇ ਤੇ ਪੈਣ ਵਾਲੇ ਜਿਹੜੇ ਖਰਚੇ ਸੀਗੇ, ਖਰਚੇ ਕਿਹੜੇ? ਕੈਪੀਟਲ ਇਨਵੈਸਟਮੈਂਟ ਇਨ ਬਿਲਡਿੰਗ, ਜਦੋਂ ਬਿਲਡਿੰਗ ਬਣਾਈ ਉਹਦੇ ਉੱਪਰ ਕੈਪੀਟਲ ਅਮਾਊਂਟ ਕਿੰਨੀ ਖਰਚ ਹੋਈ, ਤੇ ਮਸ਼ੀਨਰੀ ਕਿੰਨੀ ਖਰਚ ਹੋਈ, ਡੈਪਰੀਸ਼ੀਏਸ਼ਨ ਮਸ਼ੀਨਰੀ ਦੀ ਕਿੰਨੀ ਪਈ, ਜਾਣੀ ਕਿ ਹਰ ਸਾਲ 15% ਡੈਪਰੀਸ਼ੀਏਸ਼ਨ ਗਿਣੀ ਜਾਂਦੀ ਆ ਆਲਮੋਸਟ। ਹਾਊਸ ਟੈਕਸ ਕਿੰਨਾ ਪੇ ਕੀਤਾ, ਪ੍ਰੋਪਰਟੀ ਟੈਕਸ ਕਿੰਨਾ ਪੇ ਕੀਤਾ। ਹੁਣ ਆਪਾਂ ਕਹਿ ਦਿੰਦੇ ਵੀ ਅਸੀਂ ਕਿਰਾਏ ਤੇ ਬਿਲਡਿੰਗ ਦੇ ਦਿੱਤੀ, ਕਿਰਾਏ ਤੇ ਬਿਲਡਿੰਗ ਦੇਣ ਨਾਲ ਸਾਰਾ ਕਿਰਾਇਆ ਜਿਹੜਾ ਹੈਗਾ ਉਹ ਇਨਕਮ ਨਹੀਂ ਹੁੰਦੀ ਹੈਗੀ। ਹਾਊਸ ਟੈਕਸ ਪੈ ਗਿਆ, ਪ੍ਰੋਪਰਟੀ ਟੈਕਸ ਪੈ ਗਿਆ, ਮੇਨਟੇਨੈਂਸ ਕਰਵਾਉਣੀ ਪਈ ਉਸ ਬਿਲਡਿੰਗ ਦੀ, ਤੇ ਇਹ ਸਾਰੇ ਖਰਚ ਕੇ ਕੱਢ ਕੇ ਜਿਹੜੀ ਬਾਕੀ ਬਚ ਗਈ ਜਿਹੜੀ ਅਮਾਊਂਟ ਹੈ, ਇਨਕਮ ਟੈਕਸ ਵਗੈਰਾ ਖਰਚਾ ਕੱਢ ਕੇ ਬਾਕੀ ਜਿਹੜੀ ਅਮਾਊਂਟ ਬਚ ਜਾਂਦੀ ਹੈ, ਉਸਨੂੰ ਅਸੀਂ ਕਿਸੇ ਨॉन ਐਗਰੀਕਲਚਰ ਜਿਹੜੀ ਬਿਲਡਿੰਗ ਹੁੰਦੀ ਹੈ, ਉਸਨੂੰ ਅਸੀਂ ਨੈਟ ਲੈਟਿੰਗ ਵੈਲਿਊ ਕਹਿੰਦੇ ਹਾਂ। ਨੈਕਸਟ ਆ ਜਾਂਦਾ ਸਬਸੈਕਸ਼ਨ 19 ਅਸੈਸਮੈਂਟ ਸਰਕਲ। ਅਸੈਸਮੈਂਟ ਸਰਕਲ ਕੀ ਹੁੰਦੇ ਆ? ਇਟ ਇਜ਼ ਆਲਸੋ ਇੰਪੋਰਟੈਂਟ ਵਰਡ ਹੈਗਾ। ਗਰੁੱਪ ਆਫ ਸਟੇਟਸ, ਜਾਂ ਕੋਈ ਵੀ ਸਟੇਟ ਹੋ ਸਕਦੀ ਹੈ, ਜਾਂ ਗਰੁੱਪ ਆਫ ਸਟੇਟਸ ਹੁੰਦੀ ਹੈ, ਹੋ ਸਕਦੀ ਹੈ। ਜਦੋਂ ਅਸੀਂ
ਮਾਮਲੇ ਨੂੰ ਕੈਲਕੂਲੇਟ ਕੀਤਾ ਹੈ। ਪਹਿਲਾਂ ਜਦੋਂ ਮਾਮਲਾ ਸਰਕਾਰ ਇਕੱਠਾ ਕਰਦੀ ਸੀਗੀ, ਇਨ ਕਾਇੰਡ ਇਕੱਠਾ ਕਰਦੀ ਸੀ ਸਰਕਾਰ, ਜਦੋਂ ਇਨ ਕਾਇੰਡ ਦੀ ਬਜਾਏ ਸਰਕਾਰ ਨੇ ਜਿਹੜਾ ਮਾਮਲਾ ਹੈਗਾ ਇਹ ਪ੍ਰਪੋਜ਼ਲ ਬਣਾਈ ਵੀ ਜਿਹੜਾ ਮਾਮਲਾ ਹੈਗਾ ਇਨ ਕੈਸ਼ ਕਲੈਕਟ ਕੀਤਾ ਜਾਵੇ, ਤਾਂ ਗਵਰਨਮੈਂਟ ਵੱਲੋਂ ਇਹ ਪਾਲਿਸੀ ਅਡਾਪਟ ਕੀਤੀ ਗਈ ਸਾਰੇ ਲੈਂਡ ਰੈਵਨਿਊ ਦੀ, ਸਾਰੇ ਜ਼ਮੀਨ ਦੀ, ਸਾਰੇ ਮਾਲਕਾਂ ਦੀ ਜਿਹੜੀ ਲੈਂਡ ਹੈ ਉਹਨੂੰ ਅਸੈਸਮੈਂਟ ਸਰਕਲ ਬਣਾ ਕੇ, ਅਸੈਸਮੈਂਟ ਸਰਕਲ ਦੇ ਉੱਪਰ ਆਫੀਸਰ ਨਿਯੁਕਤ ਕਰਕੇ, ਅਸੈਸਮੈਂਟ ਆਫੀਸਰ, ਨਾਇਬ ਤਹਿਸੀਲਦਾਰ, ਇਦਾਂ ਸਾਰਾ ਕਾਨੂੰਗੋ ਪਟਵਾਰੀ ਹਲਕਾ ਲਗਾ ਕੇ ਜਦੋਂ ਪਿੰਡਾਂ ਦੀ ਅਸੈਸਮੈਂਟ ਕਰਵਾਈ ਗਈ, ਉਹਦੇ 'ਚ ਇੱਕ ਗਰੁੱਪ ਬਣਾਏ ਗਏ, ਯੂਨਿਟ ਬਣਾਏ ਗਏ, ਕਈ 2 ਪਿੰਡਾਂ ਦਾ, ਕਿਤੇ ਇੱਕ ਪਿੰਡ ਦਾ, ਵੱਡੇ ਪਿੰਡ ਸੀ ਉਹਦਾ 1 ਜਾਂ ਛੋਟੇ ਛੋਟੇ ਪਿੰਡ ਸੀ ਉਹਨਾਂ ਦਾ 2 ਬਣਾ ਕੇ ਤਾਂ ਅਸੈਸਮੈਂਟ ਸਰਕਲ ਬਣਾਏ ਗਏ। ਠੀਕ ਹੈ, ਉਹਨਾਂ ਸਰਕਲਾਂ ਨੂੰ ਟੂ ਕੈਲਕੂਲੇਟ ਦਾ ਲੈਂਡ ਰੈਵਨਿਊ, ਸਿੰਪਲ ਜੀ ਤੁਸੀਂ ਪਰਿਭਾਸ਼ਾ ਲਿਖ ਸਕਦੇ ਹੋ ਅਸੈਸਮੈਂਟ ਸਰਕਲ ਦੀ, ਗਰੁੱਪ ਆਫ ਸਟੇਟਸ ਔਰ ਗਰੁੱਪ ਆਫ ਸਟੇਟਸ ਟੂ ਕੈਲਕੂਲੇਟ ਦਾ ਲੈਂਡ ਰੈਵਨਿਊ ਜਿਹੜੇ ਬਣਾਏ ਜਾਂਦੇ ਨੇ ਉਹਨੂੰ ਅਸੀਂ ਅਸੈਸਮੈਂਟ ਸਰਕਲ ਕਹਿੰਦੇ ਹਾਂ। ਨੈਕਸਟ ਹੈ ਸੈਕਸ਼ਨ 4 ਆ ਜਾਂਦੇ ਜੀ, ਐਕਸਕਲੂਜਨ ਆਫ ਸਰਟਨ ਲੈਂਡਸ ਫਰੋਮ ਦਾ ਆਪਰੇਸ਼ਨ ਆਫ ਦਾ ਐਕਟ। ਜਿਹੜਾ ਇਹ ਲੈਂਡ ਰੈਵਨਿਊ ਐਕਟ ਹੈ, ਇਹ ਜਿਹੜੀਆਂ ਪਿੰਡ ਦੀ ਆਬਾਦੀ ਹੁੰਦੀ ਹੈ, ਪਿੰਡ ਦੀ ਆਬਾਦੀ ਲਾਲਕੇ ਦੇ ਅੰਦਰ ਜਿਹੜੀ ਪ੍ਰਾਪਰਟੀ ਹੁੰਦੀ ਹੈ ਉਹਦੇ ਉੱਪਰ ਜਿਹੜਾ ਇਹ ਲੈਂਡ ਰੈਵਨਿਊ ਐਕਟ ਹੈ ਇਹ ਐਪਲੀਕੇਬਲ ਨਹੀਂ ਹੁੰਦਾ। ਸੈਕਸ਼ਨ 4 ਦੇ ਵਿੱਚ ਸਿਰਫ ਇੰਨਾ ਹੀ ਹੈਗਾ, ਐਕਸਕਲੂਜਨ ਆਫ ਸਰਟਨ ਲੈਂਡ ਫਰੋਮ ਦਾ ਆਪਰੇਸ਼ਨ ਆਫ ਦਾ ਐਕਟ। ਲਾਲਕੇ ਦੇ ਅੰਦਰ ਪ੍ਰੋਪਰਟੀ ਜਿਹੜੀ ਹੈਗੀ ਹੈ, ਲਾਲਕੇ ਦੇ ਅੰਦਰ ਜਾਣੀ ਕਿ ਪਿੰਡ ਦੀ ਆਬਾਦੀ ਦੇ ਉੱਪਰ ਜਿਹੜਾ ਲੈਂਡ ਰੈਵਨਿਊ ਐਕਟ ਹੈ ਉਹ ਐਪਲੀਕੇਬਲ ਨਹੀਂ ਹੁੰਦਾ। ਨੈਕਸਟ ਆ ਇਹਦਾ ਚੈਪਟਰ 2। ਚੈਪਟਰ 2 ਦੇ ਵਿੱਚ ਕੀ ਹੈ ਜੀ, ਰੈਵਨਿਊ ਆਫੀਸਰਸ, ਰੈਵਨਿਊ ਆਫੀਸਰਸ ਕਲਾਸਿਸ ਐਂਡ ਦਾ ਪਾਵਰਸ। ਜਿਹੜੀ ਕਿ ਮਾਲ ਅਧਿਕਾਰੀ, ਵਿਧੀ ਕਮਿਸ਼ਨਰ ਜੀ ਸੈਕਸ਼ਨ 6 ਦੇ ਵਿੱਚ ਜਿਹੜਾ ਮਾਲ ਅਧਿਕਾਰੀ ਹੁੰਦੇ ਨੇ, FCR ਮਾਲ ਅਧਿਕਾਰੀ ਹੁੰਦਾ ਹੈ, ਕਮਿਸ਼ਨਰ ਵੀ ਮਾਲ ਅਧਿਕਾਰੀ ਹੁੰਦਾ ਹੈ, ਰੈਵਨਿਊ ਆਫੀਸਰ ਹੁੰਦਾ, ਕਲੈਕਟਰ ਵੀ। ਅਸੀਂ ਇਸੇ ਤਰੀਕੇ ਸਹਾਇਕ ਕਲੈਕਟਰ ਦਰਜਾ ਪਹਿਲਾ AC ਫਸਟ ਗ੍ਰੇਡ ਤੇ AC ਫਸਟ ਗ੍ਰੇਡ 'ਚ SDM ਨੂੰ ਵੀ ਅਸੀਂ ਮਾਲ ਅਧਿਕਾਰੀ ਕਹਿ ਦਿੰਦੇ ਹਾਂ। ਇਸੇ ਤਰੀਕੇ ਜਿਹੜਾ ਹੈਗਾ AC ਫਸਟ ਸੈਕੰਡ ਗ੍ਰੇਡ ਹੁੰਦੇ ਨੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ, ਇਹ ਵੀ ਮਾਲ ਅਧਿਕਾਰੀ ਦੀ ਪਰਿਭਾਸ਼ਾ ਵਿੱਚ ਆ ਜਾਂਦੇ ਨੇ। ਇਹਦੇ ਵਿੱਚ ਕੀ ਹੈ ਕਿ ਜਦੋਂ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਲਾਅ ਐਂਡ ਆਰਡਰ ਨੂੰ ਦੇਖਦਾ ਤਾਂ ਉਸਨੂੰ ਜ਼ਿਲ੍ਹਾ ਮੈਜਿਸਟ੍ਰੇਟ ਕਿਹਾ ਜਾਂਦਾ ਹੈ, ਉਸਨੂੰ ਫੌਜਦਾਰੀ ਜ਼ਾਬਤੇ ਦੇ ਅਧੀਨ ਸਾਰੇ ਅਧਿਕਾਰ ਪ੍ਰਾਪਤ ਹੋ ਜਾਂਦੇ ਨੇ। ਪੰਜਾਬ ਗਵਰਨਮੈਂਟ ਕਿਸੇ ਵੀ ਅਸਿਸਟੈਂਟ ਕਮਿਸ਼ਨਰ ਨੂੰ, ਐਕਸਟਰਾ ਅਸਿਸਟੈਂਟ ਕਮਿਸ਼ਨਰ ਨੂੰ ਜਾਂ ਤਹਿਸੀਲਦਾਰ ਨੂੰ ਸਹਾਇਕ ਕਲੈਕਟਰ ਦਰਜਾ ਪਹਿਲਾ ਜਾਂ ਦੂਜਾ ਨਿਯੁਕਤ ਕਰ ਸਕਦੀ ਹੈ। ਇਸੇ ਤਰੀਕੇ ਦੇ ਨਾਲ ਕੀ ਹੈਗਾ, ਨਾਇਬ ਤਹਿਸੀਲਦਾਰ ਨੂੰ ਸਹਾਇਕ ਕਲੈਕਟਰ ਦਰਜਾ ਦੂਜਾ ਨਿਯੁਕਤ ਕੀਤਾ ਜਾਂਦਾ ਹੈ। ਪੰਜਾਬ ਦੇ ਵਿੱਚ ਹੁਣ ਜਿਵੇਂ ਅਸੀਂ ਦੇਖਦੇ ਹਾਂ ਜਿਹੜੇ ਤਕਸੀਮ ਦੇ ਕੇਸਿਸ ਨੇ ਉਹ ਤਹਿਸੀਲਦਾਰ ਵੀ ਕਰਦੇ ਨੇ, ਨਾਇਬ ਤਹਿਸੀਲਦਾਰ ਵੀ ਕਰਦੇ ਨੇ। ਜਿਹੜੇ ਪਾਰਟੀਸ਼ਨ ਦੇ ਕੇਸਿਸ ਦੇ ਵਿੱਚ ਜਿਹੜੀਆਂ ਪਾਵਰਸ ਹੁੰਦੀਆਂ ਨੇ ਉਹ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਪਾਵਰ ਦੇ ਨਾਲ ਅਸੀਂ ਜਿਹੜਾ ਹੈਗਾ ਤਕਸੀਮ ਦੇ ਕੇਸਾਂ ਨੂੰ ਡੀਲ ਕਰਦੇ ਹਾਂ। ਤਹਿਸੀਲਦਾਰਾਂ ਨੂੰ ਵੀ ਤੇ ਨਾਇਬ ਤਹਿਸੀਲਦਾਰਾਂ ਨੂੰ ਵੀ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ ਪਾਵਰ ਦਿੱਤੀਆਂ ਜਾਂਦੀਆਂ ਤਕਸੀਮ ਦੇ ਕੇਸਾਂ ਦੇ ਵਿੱਚ। ਇਸੇ ਤਰੀਕੇ ਲਾਅ ਐਂਡ ਆਰਡਰ ਸੰਬੰਧੀ SDM ਨੂੰ ਸਬ ਡਿਵੀਜ਼ਨਲ ਮੈਜਿਸਟ੍ਰੇਟ ਕਿਹਾ ਜਾਂਦਾ ਹੈ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਕੀ ਕਿਹਾ ਜਾਂਦਾ ਹੈ, ਐਗਜ਼ੈਕਟਿਵ ਮੈਜਿਸਟ੍ਰੇਟ ਕਿਹਾ ਜਾਂਦਾ ਹੈ। NRI ਨੇ ਜੇਕਰ ਆਪਣੀ ਜ਼ਮੀਨ ਦੀ ਤਕਸੀਮ ਕਰਵਾਉਣੀ ਹੋਵੇ ਤਾਂ ਜ਼ਿਲ੍ਹਾ ਮਾਲ ਅਫਸਰ ਦੀ ਅਦਾਲਤ ਵਿੱਚ ਤਕਸੀਮ ਦੀ ਅਰਜ਼ੀ ਦਾਇਰ ਕੀਤੀ ਜਾਂਦੀ ਹੈ। Next is section 7, financial commissioner. There shall be one or more financial commissioner who shall be appointed by the state government. यानी कि फाइनेंशियल कमिश्नर अपील्स होंगे हैं, अपील्स फाइनेंशियल कमिश्नर एक भी हो सकते हैं, 2 भी हो सकते हैं। एक फाइनेंशियल कमिश्नर जनरल होंगे हैं, स्टेट गवर्नमेंट वालों समय समय ते लोड़ के मुताबिक ਇਹਦੀ ਜਿਹੜੀ ਇੱਕ ਤੋਂ ਵੱਧ ਵੀ ਜਿਹੜੇ फाइनेंशियल कमिश्नर ने अपॉइंट किए जा सकते हैं। ਜਿੱਥੇ ਗੱਲ ਆ ਜਾਂਦੀ ਹੈ ਫਾਈਨੈਂਸ਼ੀਅਲ ਕਮਿਸ਼ਨਰ ਅਪੀਲਸ ਦੀ, ਤਾਂ ਜਿਹੜਾ ਗਰੁੱਪ ਆਫ ਓਪੀਨੀਅਨ ਹੁੰਦਾ ਹੈ, ਜੇ ਕਿਤੇ ਓਪੀਨੀਅਨ ਦੇ ਵਿੱਚ ਡਿਫਰੈਂਸ ਆ ਜਾਵੇ ਆਪਸ ਦੇ ਵਿੱਚ ਫਾਈਨੈਂਸ਼ੀਅਲ ਕਮਿਸ਼ਨਰ ਦੇ
ਤਾਂ ਜਿਹੜੀ ਮੈਜੋਰਟੀ ਦਾ ਜਿਹੜਾ ਡਿਸੀਜਨ ਹੁੰਦਾ ਉਹ ਮੰਨਿਆ ਜਾਂਦਾ ਹੈ। ਜਾਂ ਜੇ ਕਿਤੇ ਇਦਾਂ ਦੀ ਗੱਲ ਆ ਜਾਂਦੀ ਹੈ ਵੀ ਫਾਈਨੈਂਸ਼ੀਅਲ ਕਮਿਸ਼ਨਰ ਦੀ ਗਿਣਤੀ ਵੀ ਬਰਾਬਰ ਹੈ, ਓਪੀਨੀਅਨ ਵੀ ਡਿਫਰੈਂਟ ਹੈ ਦੋਨਾਂ ਦਾ ਹੈਗਾ, ਤਾਂ ਜਿਹੜਾ ਦਾ ਉਹਦਾ ਓਪੀਨੀਅਨ ਹੈਗਾ ਉਹ ਸਟੇਟ ਗਵਰਨਮੈਂਟ ਨੂੰ ਭੇਜਿਆ ਜਾਂਦਾ ਹੈ। ਫਿਰ ਸਟੇਟ ਗਵਰਨਮੈਂਟ ਜੋ ਡਿਸਾਈਡ ਕਰਦੀ ਹੈ ਤਾਂ ਉਹਦੇ ਮੁਤਾਬਕ ਜਿਹੜਾ ਫੈਸਲਾ ਕੀਤਾ ਜਾਂਦਾ ਹੈ। ਅਪਾਇੰਟਮੈਂਟ ਆਫ ਕਮਿਸ਼ਨਰ ਸੈਕਸ਼ਨ 8 ਹੈਗਾ, ਅਪਾਇੰਟਮੈਂਟ ਆਫ ਕਮਿਸ਼ਨਰ, ਡਿਪਟੀ ਕਮਿਸ਼ਨਰ, ਅਸਿਸਟੈਂਟ ਅਸਿਸਟੈਂਟ ਕਮਿਸ਼ਨਰ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਅਪਾਇੰਟਮੈਂਟ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਕਮਿਸ਼ਨਰ ਹੋਵੇ, ਡਿਪਟੀ ਕਮਿਸ਼ਨਰ ਹੋਵੇ, ਅਸਿਸਟੈਂਟ ਜਾਂ ਐਕਸਟਰਾ ਅਸਿਸਟੈਂਟ ਕਮਿਸ਼ਨਰ ਹੋਵੇ, ਗਵਰਨਮੈਂਟ ਅਮੈਂਡਮੈਂਟ ਕਰਦੀ ਹੈ। ਇਸੇ ਤਰੀਕੇ ਜਿਹੜਾ ਸੈਕਸ਼ਨ 9 ਹੈਗਾ, ਦੇਖੋ ਅਪਾਇੰਟਮੈਂਟ ਆਫ ਤਹਿਸੀਲਦਾਰ ਐਂਡ ਨਾਇਬ ਤਹਿਸੀਲਦਾਰ, ਸਟੇਟ ਗਵਰਨਮੈਂਟ ਸ਼ੈਲ ਫਿਕਸ ਦਾ ਨੰਬਰ ਆਫ ਤਹਿਸੀਲਦਾਰ ਐਂਡ ਨਾਇਬ ਤਹਿਸੀਲਦਾਰ ਟੂ ਬੀ ਅਪਾਇੰਟਡ। ਕਿੰਨੇ ਤਹਿਸੀਲਦਾਰ ਹੋਣਗੇ ਕਿਸੇ ਸਟੇਟ ਦੇ ਵਿੱਚ, ਕਿੰਨੇ ਨਾਇਬ ਤਹਿਸੀਲਦਾਰ ਹੋਣਗੇ, ਇਹਦੀ ਜਿਹੜੀ ਗਿਣਤੀ ਹੈ ਸਰਕਾਰ ਵੱਲੋਂ ਫਿਕਸ ਕੀਤੀ ਜਾਂਦੀ ਹੈ। ਪਾਵਰਸ ਆਫ ਦਾ ਰੈਵਨਿਊ ਆਫੀਸਰਸ, except where the classes of the revenue officers by whom any function is to be discharged is specified in this act, the state government may by notification, ਜੇ ਵੈਸੇ ਤਾਂ ਸਰਕਾਰ ਵੱਲੋਂ ਸਾਰੇ ਐਕਟ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਵੀ ਕਿਹੜੇ ਆਫੀਸਰ ਨੇ ਕੀ ਕੰਮ ਕਰਨੇ ਹੈਗੇ, ਪਰ ਫਿਰ ਵੀ ਗਵਰਨਮੈਂਟ ਕੋਲ ਪਾਵਰ ਹੈਗੀ ਆ ਵੀ ਕਿਸੇ ਵੀ ਵੇਲੇ ਕੋਈ ਜਿਹੜੀ ਸਪੈਸ਼ਲ ਕੋਈ ਐਕਟ ਹੈਗਾ ਉਹਦੇ ਸੰਬੰਧੀ ਜਿਹੜੀ ਹੈਗੀ ਆ ਗਵਰਨਮੈਂਟ ਆਪਣਾ ਫੈਸਲਾ ਕਰ ਸਕਦੀ ਹੈ ਵੀ ਕਿਹੜਾ ਆਫੀਸਰ ਕਿਹੜਾ ਕੰਮ ਕਰੇਗਾ। ਸੁਪਰਡੈਂਟ ਐਂਡ ਕੰਟਰੋਲ ਆਫ ਦਾ ਰੈਵਨਿਊ ਆਫੀਸਰਸ, FCR ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਆਪਦੇ ਜਿਹੜੇ ਆਫੀਸਰ ਜਿੰਨੇ ਵੀ ਰੈਵਨਿਊ ਆਫੀਸਰ ਹੁੰਦੇ ਨੇ ਇਨਕਲੂਡਿੰਗ ਕਲੈਕਟਰ, ਉਹ FCR ਦੇ ਅਧੀਨ ਕੰਮ ਕਰਦੇ ਨੇ, ਇਨਕਲੂਡਿੰਗ ਕਮਿਸ਼ਨਰ। ਇਸੇ ਤਰੀਕੇ ਪੂਰੀ ਡਿਵੀਜ਼ਨ ਦੇ ਵਿੱਚ ਜਿੰਨੇ ਵੀ ਆਫੀਸਰ ਹੁੰਦੇ ਆ, ਇੱਕ ਡਿਵੀਜ਼ਨ ਦੇ ਵਿੱਚ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, SDM ਤੇ ਕਲੈਕਟਰਸ, ਉਹ ਸਾਰੇ ਕਮਿਸ਼ਨਰ ਦੇ ਅਧੀਨ ਕੰਮ ਕਰਦੇ ਆ। ਕਲੈਕਟਰ ਦੇ ਅਧੀਨ ਕੰਮ ਕਰਦੇ ਆ ਉਹ ਸਾਰੇ ਡਿਸਟ੍ਰਿਕਟ ਦੇ ਆਫੀਸਰ, ਤੇ ਇਸੇ ਤਰੀਕੇ ਸਬ ਡਿਵੀਜ਼ਨ ਦੇ ਅੰਦਰ ਜਿਹੜੇ ਕੰਮ ਕਰਦੇ ਆ ਸਾਰੇ ਜਿਹੜੇ ਰੈਵਨਿਊ ਆਫੀਸਰ ਹੁੰਦੇ ਆ ਉਹ SDM ਦੇ ਕੰਟਰੋਲ ਦੇ ਅੰਦਰ ਕੰਮ ਕਰਦੇ ਆ। ਸੈਕਸ਼ਨ 12 ਹੈਗਾ, ਪਾਵਰ ਟੂ ਡਿਸਟ੍ਰੀਬਿਊਟ ਦਾ ਬਿਜ਼ਨਸ ਐਂਡ ਵਿਡਰੋ ਐਂਡ ਟ੍ਰਾਂਸਫਰ। ਫਾਈਨੈਂਸ਼ੀਅਲ ਕਮਿਸ਼ਨਰ ਆਪਣੇ ਪੂਰੇ ਪੰਜਾਬ ਦੇ ਵਿੱਚ, ਕਮਿਸ਼ਨਰ ਆਪਣੀ ਡਿਵੀਜ਼ਨ ਦੇ ਵਿੱਚ, ਕਲੈਕਟਰ ਆਪਣੇ ਡਿਸਟ੍ਰਿਕਟ ਦੇ ਵਿੱਚ ਕਿਸੇ ਵੀ ਸਮੇਂ ਤੇ ਕਿਸੇ ਵੀ ਰੈਵਨਿਊ ਆਫੀਸਰ ਦਾ ਜਿਹੜਾ ਬਿਜ਼ਨਸ ਹੈਗਾ, ਬਿਜ਼ਨਸ ਜਿਵੇਂ ਕੰਮਕਾਰ, ਕੋਈ ਕੇਸ ਹੈ, ਕੋਰਟ ਕੇਸ ਹੈ, ਕੋਈ ਬਦਲੀ ਕਰਨੀ ਹੈ, ਟ੍ਰਾਂਸਫਰ ਕਰਨਾ ਹੈ, ਕਿਸੇ ਪਾਰਟੀ ਨੇ ਅਰਜੀ ਦਿੱਤੀ ਮੈਂ ਤਾਂ ਜੀ ਮੇਰਾ ਇਹ ਜਿਹੜਾ ਆਫੀਸਰ ਹੈ ਫਲਾਣੇ ਅਫਸਰ ਦੇ ਉਹ ਫਲਾਣੀ ਪਾਰਟੀ ਨਾਲ ਚੱਲ ਗਿਆ, ਇਹ ਮੈਨੂੰ ਉਮੀਦ ਹੈ ਵੀ ਮੇਰੇ ਹੱਕ 'ਚ ਫੈਸਲਾ ਨਹੀਂ ਹੋ ਪਾਏਗਾ। ਇਸ ਤਰੀਕੇ ਮਤਲਬ ਕਿ ਜਿਹੜੀ ਅਰਜੀ ਦੇ ਉੱਪਰ ਜਿਹੜਾ ਫੈਸਲਾ ਹੈਗਾ ਜਾਂ ਵਰਕ ਹੈਗਾ ਜਾਂ ਕਿਸੇ ਹੋਰ ਕੰਮ ਨੂੰ ਲੈ ਕੇ ਜਾਂ ਵਰਕ ਲੋਡ ਨੂੰ ਲੈ ਕੇ ਜਿਹੜਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਜਾਂ ਵਿਡਰੋ ਵੀ ਕੀਤਾ ਜਾ ਸਕਦਾ, ਕਿਸੇ ਆਫਿਸਰ ਦਾ ਕੋਈ ਵੀ ਕੰਮ ਵਿਡਰੋ ਵੀ ਕੀਤਾ ਜਾ ਸਕਦਾ ਹੈ ਜਾਂ ਉਹਨੂੰ ਸੌਂਪਿਆ ਵੀ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ ਜੀ, ਅਗਲਾ ਜਿਹੜਾ ਸੈਕਸ਼ਨ ਹੈਗਾ ਇਹ ਹੈਗਾ ਅਪੀਲ ਰਿਵਿਊ ਐਂਡ ਰਿਵੀਜ਼ਨ। ਅਪੀਲ ਰਿਵਿਊ ਐਂਡ ਰਿਵੀਜ਼ਨ ਬਹੁਤ ਇੰਪੋਰਟੈਂਟ ਹੈਗਾ, ਪੇਪਰ ਦੇ ਵਿੱਚ ਆਮ ਤੌਰ ਤੇ ਆਉਂਦਾ ਇਹ। ਸੈਕਸ਼ਨ 13, ਸੈਕਸ਼ਨ 13 ਅਪੀਲ ਦਾ ਹੈਗਾ ਜੀ। ਚਾਹੇ ਫੈਸਲਾ ਨਾਇਬ ਤਹਿਸੀਲਦਾਰ ਦਾ ਹੋਵੇ, ਚਾਹੇ ਤਹਿਸੀਲਦਾਰ ਦਾ ਫੈਸਲਾ ਹੋਵੇ, ਸਹਾਇਕ ਕਲੈਕਟਰ ਪਹਿਲਾਂ ਦਾ ਹੋਵੇ ਚਾਹੇ ਦੂਜਾ ਦਾ ਹੋਵੇ ਫੈਸਲਾ, ਜਿਹੜੀ ਉਹਦੀ ਅਪੀਲ ਫਾਈਲ ਹੁੰਦੀ ਹੈ ਕਲੈਕਟਰ ਦੀ ਫਾਈਲ ਕੀਤੀ ਜਾਂਦੀ ਹੈ। ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਤੇ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਦੇ ਫੈਸਲੇ ਦੀ ਜਿਹੜੀ ਅਪੀਲ ਹੈ ਉਹ ਕਲੈਕਟਰ ਦੀ ਫਾਈਲ ਹੁੰਦੀ ਹੈ। ਕਲੈਕਟਰ ਡਿਪਟੀ ਕਮਿਸ਼ਨਰ ਦੇ ਹੁਕਮ ਦੀ ਜਿਹੜੀ ਅਪੀਲ ਹੈ ਉਹ ਕਮਿਸ਼ਨਰ ਦੀ ਫਾਈਲ ਹੁੰਦੀ ਹੈ। ਤੇ ਕਈ ਕੇਸਾਂ ਵਿੱਚ ਕਲੈਕਟਰ ਦੀਆਂ ਜਿਹੜੀਆਂ ਪਾਵਰਾਂ ਹੁੰਦੀਆਂ ਨੇ, ਆਮ ਤੌਰ ਤੇ ਅਸੀਂ ਦੇਖਦੇ ਹਾਂ ਜਿਵੇਂ ਪਾਰਟੀਸ਼ਨ ਦੇ ਕੇਸਿਸ ਨੇ, ਪਾਰਟੀਸ਼ਨ ਦੇ ਕੇਸਾਂ 'ਚ ਜਿਹੜੀਆਂ ਪਾਵਰਸ ਹੁੰਦੀਆਂ ਨੇ ਉਹ ਕਲੈਕਟਰ ਦੀਆਂ ਪਾਵਰਸ SDM ਯੂਟੀਲਾਈਜ਼ ਕਰਦੇ ਆ। SDM ਦੇ ਜਦੋਂ ਫੈਸਲਾ ਹੋ ਜਾਂਦਾ ਹੈ ਵਿਦ ਦਾ ਪਾਵਰਸ ਆਫ ਕਲੈਕਟਰ SDM ਫੈਸਲਾ ਕਰਦੇ ਆ ਪਾਰਟੀਸ਼ਨ ਦੇ ਕੇਸਾਂ 'ਚ। ਹੋਰ ਬਹੁਤ ਸਾਰੇ ਕੇਸਿਸ ਹੈਗੇ। ਇਸ ਤੋਂ ਬਾਅਦ ਜਿਹੜੀ ਅਪੀਲ ਹੁੰਦੀ ਹੈ ਸਿੱਧੀ ਕਮਿਸ਼ਨਰ ਕੋਲ ਜਾ ਕੇ ਫਾਈਲ ਹੁੰਦੀ ਹੈ। ਤਹਿਸੀਲਾਂ ਦੇ ਨਾਇਬ ਤਹਿਸੀਲਦਾਰ ਦੇ ਜਿਹੜੇ ਆਰਡਰ ਹੁੰਦੇ ਨੇ, ਚਾਹੇ ਇੰਤਕਾਲ ਦੇ ਵੀ ਹੁੰਦੇ ਆ, ਉਹ ਵੀ ਅਕਸਰ ਜ਼ਿਆਦਾਤਰ SDM ਦੇ ਫੈਸਲੇ ਹੁੰਦੇ, SDM ਕੋਲ ਅਪੀਲ ਫਾਈਲ ਹੁੰਦੀ ਹੈ। ਦੈਨ ਉਹ ਤੋਂ ਬਾਅਦ ਕਮਿਸ਼ਨਰ ਕੋਲ ਚਲੀ ਜਾਂਦੀ ਹੈ। ਇਸੇ ਤਰੀਕੇ ਮੁਤਰਾਜਾ ਜਿਹੜੇ ਇੰਤਕਾਲ ਨੇ SDM ਬਤੌਰ ਸਹਾਇਕ ਕਲੈਕਟਰ ਪਹਿਲਾਂ ਕਰਦਾ ਹੈ, ਉਸਦੀ ਜਿਹੜੀ ਅਪੀਲ ਹੁੰਦੀ ਹੈ ਫਿਰ ਉਹ ਕਲੈਕਟਰ ਦੀ ਹੁੰਦੀ ਹੈ। ਪਾਰਟੀਸ਼ਨ ਦੇ ਕੇਸਾਂ ਦੇ ਵਿੱਚ ਜਿਹੜੀ ਅਪੀਲ ਹੁੰਦੀ ਹੈ SDM ਤੋਂ ਬਾਅਦ ਸਿੱਧੀ DC ਕੋਲ ਚਲੀ ਜਾਂਦੀ ਹੈ। ਕਮਿਸ਼ਨਰ ਦੇ ਫੈਸਲੇ ਦੇ ਖਿਲਾਫ ਜਿਹੜੀ ਅਪੀਲ ਹੁੰਦੀ ਹੈ ਉਹ FCR ਕੋਲ ਫਾਈਲ ਹੁੰਦੀ ਹੈ। ਜਦੋਂ ਕੋਈ ਅਸਲ ਹੁਕਮ, ਕੋਈ ਵੀ ਅਸਲ ਹੁਕਮ ਹੈ, ਜਦੋਂ ਫੈਸਲਾ ਹੋ ਗਿਆ, ਫਸਟ ਅਪੀਲੈਂਟ ਅਥਾਰਟੀ ਨੇ ਉਹਨੂੰ ਕਨਫਰਮ ਕਰ ਦਿੱਤਾ, ਦੈਨ ਫਿਰ ਉਹਦੀ ਅੱਗੇ ਅਪੀਲ ਨਹੀਂ ਫਾਈਲ ਹੁੰਦੀ। ਜਦੋਂ ਕਲੈਕਟਰ ਵੱਲੋਂ ਕਿਸੇ ਹੁਕਮ ਦੇ ਵਿੱਚ ਤਬਦੀਲੀ ਕਰ ਦਿੱਤੀ ਜਾਵੇ ਜਾਂ ਹੁਕਮ ਨੂੰ ਉਲਟਾ ਦਿੱਤਾ ਜਾਵੇ ਤਾਂ ਜੇਕਰ ਕਮਿਸ਼ਨਰ ਦੀ ਅਦਾਲਤ ਵਿੱਚ ਅਪੀਲ ਹੋ ਜਾਵੇ, ਕਮਿਸ਼ਨਰ ਦੀ ਅਪੀਲ ਦਾ ਫੈਸਲਾ ਅੰਤਮ ਹੋਵੇਗਾ।
यानी कि AC फस्ट तहसीलदार ਜਾਂ ਨੈਬਸੀਲਦਾਰ ਦੇ ਫੈਸਲੇ ਦੇ ਵਿੱਚ ਕਲੈਕਟਰ ਨੇ ਕਿਸੇ ਆਰਡਰ ਦੇ ਵਿੱਚ ਮੋਡੀਫਿਕੇਸ਼ਨ ਕਰ ਦਿੱਤੀ, ਫਿਰ ਉਸ ਤੋਂ ਬਾਅਦ ਜਿਹੜੀ ਕਮਿਸ਼ਨ ਦੀ ਅਪੀਲ ਫਾਈਲ ਹੋ ਗਈ ਉਸ ਮਤਲਬ ਕਲੈਕਟਰ ਦੇ ਫੈਸਲੇ ਦੇ ਖਿਲਾਫ, ਤਾਂ ਕਮਿਸ਼ਨ ਦਾ ਫੈਸਲਾ ਜਿਹੜਾ ਹੁੰਦਾ ਉਹ ਅੰਤਮ ਹੁੰਦਾ, ਉਸ ਦੇ ਅਗੇਂਸਟ ਅੱਗੇ ਫਿਰ ਫਰਦਰ ਅਪੀਲ ਲਾਈ ਨਹੀਂ ਕਰਦੀ। ਇੱਕ ਮੇਨ ਇੰਪੋਰਟੈਂਟ ਹੈਗਾ ਜਿਹੜਾ ਰਿਮਾਂਡ ਕਰਨਾ ਕੇਸ ਨੂੰ ਰਿਮਾਂਡ, ਜਿਵੇਂ ਸਾਡੇ ਕੇਸ ਹੁੰਦੇ ਆ ਅਕਸਰ ਅਸੀਂ ਕਹਿੰਦੇ ਆ ਵੀ ਪ੍ਰੋਪਰ ਮਨਾਦੀ ਨਹੀਂ ਹੋਈ ਜਾਂ ਪ੍ਰੋਪਰ ਨੋਟਿਸ ਨਹੀਂ ਹੋਇਆ, ਸਮਨਿੰਗ ਨਹੀਂ ਹੋਈ, ਤੇ FCR ਕੋਲ ਜਾ ਕੇ ਕੀ ਹੁੰਦਾ ਕੇਸ ਹੈ ਜਿਹੜਾ ਵਾਪਸ ਰਿਮਾਂਡ ਹੋ ਜਾਂਦਾ ਹੈ। ਕੋਈ ਪਾਰਟੀ ਕਹਿੰਦੀ ਹੈ ਮੈਨੂੰ ਤਾਂ ਜੀ ਸੁਨੇਹਾ ਨਹੀਂ ਮਿਲਿਆ, ਮੈਨੂੰ ਤਾਂ ਜੀ ਮੈਸੇਜ ਹੀ ਨਹੀਂ ਮਿਲਿਆ, ਮੈਨੂੰ ਤਾਂ ਨੋਟਿਸ ਹੀ ਨਹੀਂ ਹੋਇਆ ਹੈਗਾ। ਇਸ ਤਰੀਕੇ ਸਰਕਾਰ ਨੇ ਇੱਦਾਂ ਦਾ, ਤਾਂ ਕਿ ਜਿਹੜੇ ਸਾਡੇ ਕੇਸ ਨੇ ਉਹ ਲਿੰਕ ਡਾਊਨ ਨਾ ਹੁੰਦੇ ਹੋਣ, ਜ਼ਿਆਦਾ ਡਿਲੇ ਨਾ ਪਵੇ, ਇਸ ਕਰਕੇ ਗਵਰਨਮੈਂਟ ਦਾ ਫੈਸਲਾ ਇਹ ਕੀਤਾ ਗਿਆ। ਇਸ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ ਵੀ ਫਸਟ ਅਪੀਲੈਂਟ ਅਥਾਰਟੀ ਜੇਕਰ ਇਸ ਗੱਲ ਨੂੰ ਲੈ ਕੇ ਵੀ ਨੋਟਿਸ ਨਹੀਂ ਹੋਈ, ਸਮਨਿੰਗ ਨਹੀਂ ਹੋਈ, ਪ੍ਰੋਪਰ ਹੋਈ, ਇਸ ਗੱਲ ਨੂੰ ਲੈ ਕੇ ਪਹਿਲੀ ਅਪੀਲ ਅਥਾਰਟੀ ਤੋਂ ਬਿਨਾਂ ਕੇਸ ਨੂੰ ਰਿਮਾਂਡ ਬੈਕ ਨਹੀਂ ਕੀਤਾ ਜਾ ਸਕਦਾ। ਸੈਕੰਡ ਅਥਾਰਟੀ ਵੱਲੋਂ, ਥਰਡ ਅਥਾਰਟੀ ਵੱਲੋਂ ਜਿਹੜਾ ਕੇਸ ਹੈ ਉਹ ਰਿਮਾਂਡ ਬੈਕ ਨਹੀਂ ਕੀਤਾ ਜਾਂਦਾ। ਜੋ ਜਿਸ ਮੈਟਰ ਤੇ ਕੋਈ ਅਪੀਲ ਫਾਈਲ ਹੋਈ ਹੈ ਉਸ ਮੈਟਰ ਨੂੰ ਤਾਂ ਸੁਣਿਆ ਜਾ ਸਕਦਾ ਹੈ, ਪਰ ਇਹ ਨਹੀਂ ਉਹ ਅਥਾਰਟੀ ਕਹਿ ਸਕਦੀ ਵੀ ਤੁਸੀਂ ਕੇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਸੁਣੋ, ਰਿਮਾਂਡ ਬੈਕ ਕਰਕੇ ਇਹ ਨਹੀਂ ਕਿਹਾ ਜਾਂਦਾ। ਫਸਟ ਅਪੀਲੈਂਟ ਅਥਾਰਟੀ ਹੀ ਕਹਿ ਸਕਦੀ ਹੈ। ਯਾਨੀ ਕਿ ਜਦੋਂ ਤਹਿਸੀਲਦਾਰ ਨੇ ਜਾਂ ਨੈਬਸੀਲਦਾਰ ਨੇ ਫੈਸਲਾ ਕਰਤਾ ਤਾਂ ਕਲੈਕਟਰ ਵੱਲੋਂ ਕਿਹਾ ਜਾ ਸਕਦਾ ਵੀ ਇਸ ਕੇਸ ਨੂੰ ਤੁਸੀਂ ਰਿਮਾਂਡ ਬੈਕ ਕੀਤਾ ਜਾਂਦਾ ਹੈ, ਵੀ ਦੁਬਾਰਾ ਇਸ ਕੇਸ ਦੀ ਮੁੱਢਲੇ ਸਿਰੇ ਤੋਂ ਦੁਬਾਰਾ ਸੁਣਵਾਈ ਕਰੋ, ਦੁਬਾਰਾ ਸਮਨਿੰਗ ਕਰੋ, ਸਭ ਕੁਝ ਪ੍ਰੋਪਰ ਕਰੋ। ਉੱਪਰ ਜਾ ਕੇ ਦੁਬਾਰਾ ਨਹੀਂ ਫਿਰ ਕਿਹਾ ਜਾ ਸਕਦਾ ਇਹ ਗੱਲ, ਕੋਈ ਹੋਰ ਅਥਾਰਟੀ ਨਹੀਂ ਕਹਿ ਸਕਦੀ। ਮਾਲ ਅਧਿਕਾਰੀ ਵੱਲੋਂ ਪਾਸ ਕੀਤੇ ਗਏ ਅੰਤਰਮ ਹੁਕਮ, ਇੰਟਰਮ ਹੁਕਮ, ਯਾਨੀ ਕਿ ਜੋ ਫਾਈਨਲ ਕੋਈ ਆਰਡਰ ਕੀਤਾ ਜਾਂਦਾ ਕਿਸੇ AC ਫਸਟ ਗ੍ਰੇਡ ਵੱਲੋਂ ਜਾਂ ਸੈਕੰਡ ਗ੍ਰੇਡ ਵੱਲੋਂ, ਫਾਈਨਲ ਆਰਡਰ ਦੇ ਖਿਲਾਫ ਤਾਂ ਅਪੀਲ ਫਾਈਲ ਹੁੰਦੀ ਹੈ। ਜਿਵੇਂ ਕਿ ਕੇਸ ਚੱਲਦੇ ਤਾਂ ਕੋਈ ਬਹੁਤ ਸਾਰੇ ਛੋਟੇ ਆਰਡਰ, ਇੰਟਰਮ ਆਰਡਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇੰਟਰਮ ਆਰਡਰ ਕੀਤੇ ਜਾਂਦੇ। ਇੰਟਰਮ ਆਰਡਰ ਦੇ ਖਿਲਾਫ ਕੋਈ ਅਪੀਲ ਫਾਈਲ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈ ਸੈਕਸ਼ਨ 14 ਸੈਕਸ਼ਨ ਚ ਕੀ ਹੈਗਾ ਜੀ, ਇਹ ਹੈਗਾ ਟਰਮ ਆਫ ਦਾ ਲਿਮਿਟੇਸ਼ਨ ਪੀਰੀਅਡ। ਯਾਨੀ ਕਿ ਜੇਕਰ ਜਿਹੜੀ ਅਪੀਲ ਹੈ ਕਲੈਕਟਰ ਦੇ ਫਾਈਲ ਕੀਤੀ ਜਾਂਦੀ ਹੈ ਤਾਂ 30 ਡੇਜ਼ ਹੁੰਦੇ ਹੈ। ਜਦੋਂ ਅਪੀਲ ਫਾਈਲ ਕੀਤੀ ਜਾਂਦੀ, ਕਲੈਕਟਰ ਦੇ ਹੁਕਮ ਦੇ ਖਿਲਾਫ ਅਪੀਲ ਫਾਈਲ ਕੀਤੀ ਜਾਂਦੀ ਹੈ। ਕਮਿਸ਼ਨਰ ਦੇ ਤਾਂ 60 ਡੇਜ਼ ਹੁੰਦੇ ਹੈ। ਜੇ ਕਮਿਸ਼ਨਰ ਦੇ ਫੈਸਲੇ ਦੇ ਖਿਲਾਫ ਅਪੀਲ ਫਾਈਲ ਕੀਤੀ ਜਾਂਦੀ ਹੈ ਕਮਿਸ਼ਨਰ FCR ਦੇ, ਤਾਂ ਉਹਦੀ 90 ਡੇਜ਼ ਦੀ ਮਿਆਦ ਹੁੰਦੀ ਹੈ। ਕਿਉਂਕਿ 30 ਡੇਜ਼, ਮੇਰੀ ਆਵਾਜ਼ ਸੁਣ ਰਹੀ ਜੀ ਸਾਰਿਆਂ ਨੂੰ? ਹੈਲੋ, ਥੋੜਾ ਹੁੰਗਾਰਾ ਭਰਦਾ ਕਰੋ, ਪਤਾ ਲੱਗਦਾ ਵੀ ਹਾਂ ਸੁਣ ਰਹੇ ਹੋ ਮੇਰੀ ਗੱਲ। ਠੀਕ ਹੈ ਜੀ, ਥੋੜਾ ਹੁੰਗਾਰਾ ਭਰਦਾ ਕਰੋ ਕਿਤੇ ਕਿਤੇ, ਤਾਂ ਕਿ ਪਤਾ ਚੱਲ ਜਾਂਦਾ ਪੜ੍ਹਾਉਣ ਵਾਲੇ ਬੰਦੇ ਨੂੰ ਵੀ ਹਾਂ ਮੇਰੀ ਆਵਾਜ਼ ਸੁਣ ਰਹੀ ਹੈ। 30 ਡੇਜ਼, 60 ਡੇਜ਼, 90 ਡੇਜ਼। ਕਲੈਕਟਰ ਕੋਲੇ 30 ਡੇਜ਼, ਕਮਿਸ਼ਨਰ ਕੋਲੇ 60 ਡੇਜ਼ ਤੇ FCR ਕੋਲੇ 90 ਡੇਜ਼ ਦਾ ਜਿਹੜਾ ਸਮਾਂ ਹੁੰਦਾ ਇਹ ਹੁੰਦਾ ਹੈ ਮਿਆਦ ਦਾ। ਨੈਕਸਟ ਆ ਜਾਂਦਾ ਜੀ ਸੈਕਸ਼ਨ 15, ਰਿਵਿਊ ਵੱਲੋਂ ਮਾਲ ਆਫਿਸਰ। ਰਿਵਿਊ ਕੀ ਹੈ, ਇਹਦੇ ਉੱਪਰ ਵੀ ਕੁਐਸਚਨ ਪੱਕਾ ਆਉਂਦਾ ਹੈ ਜੀ। ਰਿਵਿਊ ਯਾਨੀ ਕਿ ਆਪਾਂ ਮੁੜ ਉਹ ਕਹਿੰਦੇ ਨੇ ਨਜ਼ਰਸਾਨੀ ਵੀ ਕਹਿ ਦਿੰਦੇ ਆ ਉਸਨੂੰ। ਸੈਕਸ਼ਨ 15 ਕੋਈ ਵੀ ਆਫਿਸਰ, ਮਾਲ ਅਧਿਕਾਰੀ ਖੁਦ ਜਾਂ ਸੰਬੰਧਿਤ ਅਰਜੀ, ਕੋਈ ਵੀ ਆਫਿਸਰ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਜਿਹੜਾ ਰੈਵਨਿਊ ਆਫਿਸਰ ਹੈ ਉਹ ਸੂਮੋਟੋ ਜਾਂ ਔਨ ਦਾ ਐਪਲੀਕੇਸ਼ਨ ਆਫ ਦਾ ਇੰਟਰਸਟਡ ਪਾਰਟੀ ਕਿਸੇ ਵੀ ਕੇਸ ਨੂੰ, ਚਾਹੇ ਉਹਨੇ ਫੈਸਲਾ ਆਪ ਕੀਤਾ ਹੋਵੇ ਜਾਂ ਉਹਦੇ ਪ੍ਰੀਡਿਸੈਸਰ ਨੇ ਕੀਤਾ ਹੋਵੇ, ਉਹਨੂੰ ਰਿਵਿਊ ਕਰ ਸਕਦਾ ਹੈ। ਰਿਵਿਊ ਕਰਕੇ ਕੀ ਹੁੰਦਾ ਹੈ, ਹੁਕਮ 'ਚ ਤਬਦੀਲੀ ਵੀ ਕਰ ਸਕਦਾ ਹੈ, ਹੁਕਮ ਨੂੰ ਉਲਟਾ ਵੀ ਸਕਦਾ ਹੈ, ਜਾਂ ਉਹ ਉਸ ਹੁਕਮ ਨੂੰ ਕਨਫਰਮ ਵੀ ਕਰ ਸਕਦਾ ਹੈ। ਮਤਲਬ 3 ਤਰ੍ਹਾਂ ਦੇ ਆਰਡਰ ਕੀਤੇ ਜਾ ਸਕਦੇ ਨੇ ਜਦੋਂ ਕੋਈ ਆਫਿਸਰ ਸੂਮੋਟੋ ਜਾਂ ਔਨ ਦਾ ਐਪਲੀਕੇਸ਼ਨ ਆਫ ਦਾ ਇੰਟਰਸਟਡ ਪਾਰਟੀ ਕਿਸੇ ਵੀ ਕੇਸ ਨੂੰ, ਕੋਈ ਕੇਸ ਕੀ ਮਤਲਬ ਕਿ ਕੋਈ ਆਰਡਰ, ਚਾਹੇ ਕਿਸੇ ਇੰਤਕਾਲ ਤੇ ਆਰਡਰ ਕੀਤਾ ਹੋਵੇ, ਚਾਹੇ ਕੋਈ ਹੋਰ ਕਿਸ ਤਰ੍ਹਾਂ ਦਾ ਆਰਡਰ ਕੀਤਾ ਹੋਵੇ, ਉਸ ਆਰਡਰ ਦੇ ਖਿਲਾਫ ਕੋਈ ਜੇ ਐਪਲੀਕੇਸ਼ਨ ਆਉਂਦੀ ਹੈ ਜਾਂ ਲੱਗਦਾ ਆਫਿਸਰ ਨੂੰ, ਉਹਦੇ ਥੱਲੇ ਕਿਸੇ ਆਫਿਸਰ ਨੇ, ਅਧਿਕਾਰੀ ਨੇ, ਕਿਸੇ ਨੇ, ਜਾਂ ਉਹਨੇ ਖੁਦ ਆਰਡਰ ਪੜ੍ਹਦੇ ਨੂੰ ਪਤਾ ਲੱਗਾ, ਜਾਂ ਕੰਸਰਨ ਪਟਵਾਰੀ ਹਲਕਾ ਨੇ ਜਾਂ ਕਾਨੂੰਗੋ ਹਲਕਾ ਨੇ ਜਾਂ ਰੀਡਰ ਨੇ ਦੱਸਿਆ ਵੀ ਨਹੀਂ ਜੀ ਆਪਣੇ ਤੋਂ ਇਹ ਗਲਤੀ ਹੋ ਗਈ, ਤਾਂ ਆਪਣੇ ਆਰਡਰ ਨੂੰ ਜਾਂ ਆਪਣੇ ਵੱਲੋਂ ਆਪਣੇ ਤੋਂ ਪਹਿਲਾਂ ਪ੍ਰੀਡਿਸੈਸਰ ਵੱਲੋਂ ਆਰਡਰ ਪਾਸ ਕੀਤਾ ਹੋਵੇ ਉਸ ਆਰਡਰ ਨੂੰ ਮਤਲਬ ਕਿ ਰਿਵਿਊ ਕਰਕੇ ਉਹਦੇ ਉੱਪਰ 3 ਤਰ੍ਹਾਂ ਦੇ ਫੈਸਲੇ ਕਰ ਸਕਦਾ ਹੈ। ਉਸ ਆਰਡਰ ਦੇ ਵਿੱਚ ਉਸ ਆਰਡਰ ਨੂੰ ਕਨਫਰਮ ਵੀ ਕਰ ਸਕਦਾ ਹੈ, ਉਸ ਆਰਡਰ ਵਿੱਚ ਤਬਦੀਲੀ ਵੀ ਕਰ ਸਕਦਾ ਹੈ, ਤੇ ਉਸ ਆਰਡਰ ਨੂੰ ਪਹਿਲਾਂ ਕੀਤੇ ਆਰਡਰ ਨੂੰ ਰਿਜੈਕਟ ਵੀ ਕਰ ਸਕਦਾ ਹੈਗਾ। ਪਰ ਇਹਦੇ ਤੇ ਕੁਝ ਸ਼ਰਤਾਂ ਲਾਗੂ ਹੁੰਦੀਆਂ ਨੇ, ਐਕਸੈਪਸ਼ਨਸ ਹੈਗੀਆਂ ਨੇ ਇਹਦੀਆਂ।
ਇਹ ਪਾਰਟ ਦੇ ਵਿੱਚ ਕੀ ਹੈਗਾ, ਜਦੋਂ ਕਮਿਸ਼ਨ ਜਾਂ ਕਲੈਕਟਰ ਅਜਿਹੇ ਕਿਸੇ ਹੁਕਮ ਨੂੰ ਰਿਵਿਊ ਕਰਨਾ ਜ਼ਰੂਰੀ ਸਮਝੇ ਜੋ ਉਸ ਵੱਲੋਂ ਖੁਦ ਪਾਸ ਨਾ ਕੀਤਾ ਹੋਵੇ, ਅਤੇ ਜਦੋਂ ਕਲੈਕਟਰ ਦੇ ਦਰਜੇ ਤੋਂ ਹੇਠਲਾ ਮਾਲ ਅਧਿਕਾਰੀ ਖੁਦ ਪਾਸ ਕੀਤੇ ਗਏ ਹੁਕਮ ਜਾਂ ਉਸ ਤੋਂ ਪਹਿਲਾਂ ਦੇ ਮਾਲ ਅਧਿਕਾਰੀ ਵੱਲੋਂ ਪਾਸ ਕੀਤੇ ਗਏ ਹੁਕਮ ਨੂੰ ਰਿਵਿਊ ਕਰਨਾ ਚਾਹੇ, ਤਾਂ ਮੇਨ ਮਤਲਬ ਇਹ ਹੈਗਾ ਵੀ ਜਦੋਂ ਕੋਈ ਹੁਕਮ ਕਿਸੇ ਰੈਵਨਿਊ ਆਫੀਸਰ ਨੇ ਕਿਸੇ ਹੁਕਮ ਦੇ ਵਿੱਚ ਕੋਈ ਤਬਦੀਲੀ ਕਰਨੀ ਚਾਹੁੰਦੇ ਆ ਜਾਂ ਰਿਵਿਊ ਕਰਨਾ ਚਾਹੁੰਦੇ ਆ, ਤਾਂ ਉਹਦੇ ਤੇ ਜਿਹੜਾ ਕੰਟਰੋਲਿੰਗ ਆਫੀਸਰ ਹੈਗਾ, ਫਸਟ ਸਟੈਪ ਕੰਟਰੋਲਿੰਗ ਆਫੀਸਰ ਤੋਂ ਉਸ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਯਾਨੀ ਕਿ ਜੇ ਤਹਿਸੀਲਦਾਰ ਜਾਂ ਨੈਸ਼ਨਲ ਕਿਸੇ ਆਰਡਰ ਨੂੰ ਰਿਵਿਊ ਕਰਨਾ ਚਾਹੁੰਦੇ ਆ ਤਾਂ ਉਸ ਨੂੰ ਮਤਲਬ ਕਿ ਐਸਡੀਓ ਤੋਂ ਪਰਮਿਸ਼ਨ ਲੈਣੀ ਪਏਗੀ। ਇਸੇ ਤਰੀਕੇ ਜਿਹੜੀ ਅਰਜੀ ਹੁੰਦੀ ਹੈ, ਜੇ ਕੋਈ ਇੰਟਰਸਟਡ ਪਾਰਟੀ ਅਰਜੀ ਦੇਣਾ ਚਾਹੁੰਦੀ ਹੈ ਤਾਂ 90 ਡੇਜ਼ ਦਾ ਸਮਾਂ ਹੈਗਾ। 90 ਆਰਡਰ ਪਾਸ ਹੋਣ ਤੋਂ ਬਾਅਦ 90 ਦਿਨਾਂ ਦੇ ਅੰਦਰ ਅੰਦਰ ਅਰਜੀ ਦਿੱਤੀ ਜਾ ਸਕਦੀ ਹੈ। ਪਰ ਜੇਕਰ ਬੰਦਾ ਲੇਟ ਹੋ ਗਿਆ ਹੋਵੇ, ਕਿਸੇ ਕਾਰਨ ਨੂੰ ਨਾ ਪਤਾ ਲੱਗਿਆ ਹੋਵੇ, ਤਾਂ ਉਹ ਜੇ ਰੈਵਨਿਊ ਆਫੀਸਰ ਨੂੰ ਸੈਟੀਸਫਾਈ ਕਰਦਾ ਤਾਂ ਇਹ 90 ਦਿਨ ਦਾ ਜਿਹੜਾ ਸਮਾਂ ਹੈ ਵੱਧ ਵੀ ਹੋ ਸਕਦਾ ਹੈ, ਪਰ ਅਦਰਵਾਈਜ਼ ਜਿਹੜੀ ਸਰਕਾਰ ਵੱਲੋਂ ਟਾਈਮ ਫਿਕਸ ਕੀਤੀ ਗਈ ਹੈ ਇਸ ਅਰਜੀ ਦੇਣ ਦੀ ਜਿਹੜੀ ਹੈਗਾ ਸਮਾਂ ਹੈ ਉਹ 90 ਡੇਜ਼ ਹੈ। ਫਿਰ ਕੀ ਹੈਗਾ, ਜਦੋਂ ਕੋਈ ਆਰਡਰ ਦੇ ਵਿੱਚ ਰਿਵਿਊ ਕਰ ਲਿਆ, ਰਿਵਿਊ ਕਰਕੇ ਹੁਣ ਆਰਡਰ ਦੇ ਉੱਪਰ ਦੁਬਾਰਾ ਦੇਖਿਆ, ਰਿਵਿਊ ਮਤਲਬ ਕਿ ਦੁਬਾਰਾ ਕੋਈ ਫੈਸਲਾ ਕਰਨਾ ਹੈ, ਜੇ ਤਾਂ ਆਰਡਰ ਰੈਵਨਿਊ ਆਫੀਸਰ ਨੇ ਕਨਫਰਮ ਕਰਨਾ ਹੈ, ਫਿਰ ਤਾਂ ਕਿਸੇ ਪਾਰਟੀ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਹੈਗੀ। ਯਾਨੀ ਕਿ ਕੰਸਰਨਡ ਪਾਰਟੀਆਂ ਨੇ, ਮੰਨ ਲਓ ਇੰਤਕਾਲ ਹੈ, ਕੋਈ ਇੰਤਕਾਲ ਦੀ ਰਿਵਿਊ ਕਰ ਰਹੇ ਹਾਂ, ਇੰਤਕਾਲ 'ਚ ਦੋ ਪਾਰਟੀਆਂ ਹੋਣਗੀਆਂ, ਇੱਕ ਪਾਰਟੀ ਨੇ ਸੀਲ ਕੀਤੀ ਹੈ ਜਾਂ ਦੂਜੀ ਪਾਰਟੀ ਨੇ ਪਰਚੇਜ ਕੀਤੀ ਹੈ ਜਾਂ ਦੋਹਾਂ ਨੇ ਤਬਾਦਲਾ ਕੀਤਾ ਜਾਂ ਕਿਸੇ ਨੇ ਕੁਝ ਵੀ ਕੀਤਾ ਹੈਗਾ, ਮਤਲਬ ਪਾਰਟੀਆਂ ਤਾਂ ਦੋ ਹੋਣਗੀਆਂ। ਜੇਕਰ ਆਰਡਰ ਨੂੰ ਅਸੀਂ ਕਨਫਰਮ ਕਰਨਾ ਹੈ ਤਾਂ ਸਾਨੂੰ ਕਿਸੇ ਪਾਰਟੀ ਨੂੰ ਬੁਲਾਉਣ ਦੀ ਲੋੜ ਨਹੀਂ, ਕਿਉਂਕਿ ਆਰਡਰ ਐਜ਼ ਇਟ ਇਜ਼ ਪਹਿਲਾਂ ਪਾਸ ਹੋਇਆ ਹੋਇਆ, ਉਸ ਨੂੰ ਅਸੀਂ ਕਨਫਰਮ ਕਰ ਦਿੱਤਾ। ਪਰ ਜੇਕਰ ਰੈਵਨਿਊ ਆਫੀਸਰ ਉਸ ਆਰਡਰ ਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਨਾ ਚਾਹੁੰਦਾ ਹੋਵੇ ਜਾਂ ਆਰਡਰ ਦੇ ਵਿੱਚ ਕੋਈ ਆਰਡਰ ਨੂੰ ਰਿਜੈਕਟ ਕਰਨਾ ਚਾਹੁੰਦਾ ਹੋਵੇ, ਤਾਂ ਲਾਅ ਇਹ ਹੈਗਾ ਵੀ ਹੀ ਹੈਜ਼ ਟੂ ਗਿਵਨ ਦਾ ਓਪਰਚੁਨਿਟੀ ਟੂ ਆਫ ਹੀਅਰਿੰਗ। ਉਸ ਪਾਰਟੀਆਂ ਨੂੰ, ਕੰਸਰਨਡ ਪਾਰਟੀਆਂ ਨੂੰ ਨੋਟਿਸ ਭੇਜ ਕੇ, ਉਹਨਾਂ ਨੂੰ ਬੁਲਾ ਕੇ, ਉਹਨਾਂ ਨੂੰ ਸੰਮਨ ਭੇਜ ਕੇ ਬੁਲਾਉਣਾ ਪਏਗਾ, ਉਹਨਾਂ ਦੀ ਹੀਅਰਿੰਗ ਕਰਨੀ ਪਏਗੀ। ਹੀਅਰਿੰਗ ਤੋਂ ਬਾਅਦ ਫਿਰ ਹੀ ਕਿਸੇ ਆਰਡਰ ਦੇ ਵਿੱਚ ਮੋਡੀਫਿਕੇਸ਼ਨ ਜਾਂ ਤਬਦੀਲੀ ਕੀਤੀ ਜਾ ਸਕਦੀ ਹੈ ਜਾਂ ਉਸ ਨੂੰ ਰਿਜੈਕਟ ਕੀਤਾ ਜਾ ਸਕਦਾ ਹੈ। ਅਦਰਵਾਈਜ਼ ਕਿਸੇ ਵੀ ਆਰਡਰ ਨੂੰ ਬਗੈਰ ਹੀਅਰਿੰਗ ਤੋਂ ਜੇ ਅਸੀਂ ਉਹਦੇ ਤੇ ਕੋਈ ਫੈਸਲਾ ਕਰਦੇ ਹਾਂ, ਉਹ 'ਚ ਤਬਦੀਲੀ ਕਰਦੇ ਹਾਂ ਜਾਂ ਉਸ ਨੂੰ ਰਿਜੈਕਟ ਕਰਦੇ ਹਾਂ, ਉਹ ਇਲੀਗਲ ਮੰਨਿਆ ਜਾਂਦਾ ਹੈ। ਇਸੇ ਤਰੀਕੇ ਜੇਕਰ ਕਿਸੇ ਆਰਡਰ ਦੇ ਖਿਲਾਫ ਕੋਈ ਅਪੀਲ ਫਾਈਲ ਹੋਗੀ, ਯਾਨੀ ਕਿ ਰੈਵਨਿਊ ਆਫੀਸਰ ਨੇ ਆਰਡਰ ਪਾਸ ਕੀਤਾ, ਉਹਦੇ ਖਿਲਾਫ ਅਪੀਲ ਫਾਈਲ ਹੋ ਗਈ, ਫਿਰ ਅਸੀਂ ਸਾਡੇ ਧਿਆਨ 'ਚ ਆਇਆ ਵੀ ਜੇ ਸਾਡੇ ਤੋਂ ਗਲਤ ਹੋ ਗਿਆ ਆਰਡਰ, ਅਸੀਂ ਇਹਨੂੰ ਰਿਵਿਊ ਕਰਨਾ ਚਾਹੁੰਦੇ ਹਾਂ, ਪਰ ਨਹੀਂ, ਜਦੋਂ ਅਪੀਲ ਫਾਈਲ ਹੋ ਗਈ ਤਾਂ ਜਿਹੜਾ ਆਰਡਰ ਹੈਗਾ ਉਹ ਰਿਵਿਊ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ, ਜਦੋਂ ਅਸੀਂ ਆਪਣੇ ਤੋਂ ਹਾਇਰ ਅਥਾਰਟੀ ਤੋਂ ਅਸੀਂ ਕੋਈ ਪਰਮਿਸ਼ਨ ਲੈਣੀ ਹੁੰਦੀ ਹੈ, ਪਰ ਕਿਸੇ ਵੀ ਕਾਰਨ ਕਰਕੇ ਉਹ ਜਿਹੜੀ ਅਥਾਰਟੀ ਹੈ ਉਸ ਵੇਲੇ ਉਸ ਤਹਿਸੀਲ ਦੇ ਵਿੱਚ ਨਹੀਂ ਹੁੰਦੀ, ਆਪਣੀ ਪੋਸਟ ਤੇ ਨਹੀਂ ਹੁੰਦੀ, ਪੋਸਟ ਖਾਲੀ ਪਈ ਹੁੰਦੀ ਹੈ, ਤਾਂ ਫਿਰ ਉਹਦੀ ਥਾਂ ਤੇ ਕੀ ਹੈਗਾ, ਇਹ ਲਾਅ ਹੈਗਾ ਇਹਦੇ ਵਿੱਚ ਵੀ ਉਸ ਜ਼ਿਲ੍ਹੇ ਦਾ ਜਿਹੜਾ ਕਲੈਕਟਰ ਹੁੰਦਾ ਹੈ ਉਹਦੇ ਤੋਂ ਪਰਮਿਸ਼ਨ ਲਈ ਜਾ ਸਕਦੀ ਹੈ। ਮਤਲਬ ਕਿ ਕਲੈਕਟਰ ਨੂੰ ਸਕਸੈਸਰ ਇਨ ਆਫਿਸ ਕਿਹਾ ਜਾਂਦਾ ਹੈ। ਸਕਸੈਸਰ ਇਨ ਆਫਿਸ will be the collector then if the ਜਿਹੜਾ ਕੰਸਰਨਡ ਆਫਿਸਰ ਹੈ ਉਹ ਜ਼ਿਲ੍ਹੇ ਵਿੱਚ ਨਾ ਹੋਵੇ। ਇਸੇ ਤਰੀਕੇ ਜੇ ਕੋਈ ਆਰਡਰ ਹੈਗਾ ਉਹਨੂੰ ਰਿਵਿਊ ਕਰਨ ਤੋਂ ਇਨਕਾਰੀ ਹੋ ਗਿਆ, ਜੇਕਰ ਕਿਸੇ ਹੁਕਮ ਨੂੰ ਰਿਵਿਊ ਕਰਨ ਤੋਂ ਇਨਕਾਰੀ ਹੋ ਜਾਵੇ ਜਾਂ ਪਹਿਲਾ ਹੁਕਮ ਰਿਵਿਊ ਦੌਰਾਨ ਕਨਫਰਮ ਹੋ ਜਾਵੇ, ਮੰਨ ਲਓ ਅਸੀਂ ਰਿਵਿਊ ਕਰਨਾ ਚਾਹੁੰਦੇ ਸੀਗੇ, ਅਸੀਂ ਰਿਵਿਊ ਦੇ ਲਈ ਪਰਮਿਸ਼ਨ ਮੰਗੀ ਹਾਇਰ ਅਥਾਰਟੀ ਤੋਂ, ਇੱਕ ਸਟੈਪ ਸਾਡੀ ਕੰਟਰੋਲਿੰਗ ਅਥਾਰਟੀ ਤੋਂ ਪਰਮਿਸ਼ਨ ਮੰਗੀ, ਉਹ ਡਿਨਾਈ ਹੋ ਗਈ, ਠੀਕ ਹੈ ਜੀ, ਜਾਂ ਤਾਂ ਇਹ ਕਾਰਨ ਹੋਵੇ ਜਾਂ ਫਿਰ ਜਿਹੜਾ ਆਰਡਰ ਹੈ ਰਿਵਿਊ ਕਰਕੇ ਕਨਫਰਮ ਹੋ ਜਾਵੇ, ਫਿਰ ਉਸ ਤੇ ਉਸ ਆਰਡਰ ਦੇ ਖਿਲਾਫ ਅਪੀਲ ਫਾਈਲ ਨਹੀਂ ਹੋ ਸਕਦੀ। ਉਹ ਟੈਕਨੀਕਲ ਜਾਂ ਉਹ ਹੈਗਾ ਇਹ, ਜੇ ਰਿਵਿਊ ਕਨਫਰਮ ਹੋ ਗਈ ਜਾਂ ਰਿਵਿਊ ਡਿਨਾਈ ਹੋ ਗਈ ਜਾਂ ਰਿਵਿਊ ਦੇ ਵਿੱਚ ਆਰਡਰ ਜਿਹੜਾ ਹੈਗਾ ਆਰਡਰ ਕਨਫਰਮ ਹੋ ਗਿਆ ਪਹਿਲਾ ਆਰਡਰ, ਤਾਂ ਉਸ ਆਰਡਰ ਦੇ ਖਿਲਾਫ ਅਸੀਂ ਅਪੀਲ ਫਾਈਲ ਨਹੀਂ ਕਰ ਸਕਦੇ। ਇਹ ਅੱਜ ਵੀ ਹੈਗਾ, ਮਤਲਬ ਕਿ ਜੇ ਇਸੇ ਕੁਛ ਦਾ ਕੋਈ ਹਾਈ ਕੋਰਟ ਕੇਸ ਚੱਲਦਾ ਹੋਵੇ, ਹਾਈ ਕੋਰਟ ਦੇ ਵਿੱਚ ਲੋਅਰ ਕੋਰਟ ਨੇ ਮਤਲਬ ਕਿ ਸਿੰਗਲ ਜੱਜ ਨੇ ਕੋਈ ਫੈਸਲਾ ਕਰ ਦਿੱਤਾ ਹੋਵੇ, ਉਸ ਫੈਸਲੇ ਦੇ ਖਿਲਾਫ ਜੇ ਅਸੀਂ ਇੱਕ ਵਾਰੀ ਰਿਵਿਊ ਫਾਈਲ ਕਰ ਦਿੰਦੇ ਹਾਂ ਤਾਂ ਅਸੀਂ ਅਪੀਲ ਫਾਈਲ ਨਹੀਂ ਕਰ ਸਕਦੇ। ਜੇ ਅਪੀਲ ਫਾਈਲ ਕਰਦਾ ਤਾਂ ਅਸੀਂ ਰਿਵਿਊ ਫਾਈਲ ਨਹੀਂ ਕਰ ਸਕਦੇ। ਠੀਕ ਹੈ ਜੀ, ਇਹਦੇ ਨਾਲ ਜਿਹੜਾ ਸਾਡਾ ਇਹ 15 ਸੈਕਸ਼ਨ ਹੈ ਖਤਮ ਹੋ ਜਾਂਦਾ ਹੈ। ਦੈਨ ਆ ਜਾਂਦਾ ਸੈਕਸ਼ਨ 16, ਪਾਵਰ ਟੂ ਕਾਲ ਐਂਡ ਐਗਜ਼ਾਮਿਨ ਦਾ ਆਰਡਰਸ।
ਸੈਕਸ਼ਨ 16 ਚ ਕੀ ਹੈਗਾ, ਰਿਵੀਜ਼ਨ, ਯਾਨੀ ਕਿ ਸਾਡਾ ਕਿਸੇ ਵੀ ਰੈਵਨਿਊ ਆਫੀਸਰ ਨੇ ਕੋਈ ਕੇਸ, ਰੈਵਨਿਊ ਆਫੀਸਰ ਦੀ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੋਵੇ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐਸਡੀਐਮ, ਕਲੈਕਟਰ, ਠੀਕ ਹੈ ਜੀ, ਤਾਂ ਸਾਡੇ ਜਿਹੜੇ ਹਾਇਰ ਆਫੀਸਰਸ ਹੁੰਦੇ ਆ, ਕਮਿਸ਼ਨਰ, ਤਕਸੀਮ ਕੇਸ ਚ ਵੰਡ ਨੂੰ ਲੈ ਕੇ ਉਸ ਨੂੰ ਛੱਡ ਕੇ ਜੀ ਵਿੱਤੀ ਕਮਿਸ਼ਨਰ ਆਪਣੇ ਦੀ ਪੂਰੇ ਪੰਜਾਬ ਦੇ ਵਿੱਚ, ਐਫਸੀਆਰ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਅਦਾਲਤ ਦੇ ਵਿੱਚੋਂ ਆਪਣਾ ਕੋਈ ਵੀ ਕੇਸ, ਜੇ ਉਹਦੇ ਕੋਲ ਕੋਈ ਅਰਜ਼ੀ ਗਈ ਹੋਵੇ, ਕਿਸੇ ਤਰੀਕੇ ਦੇ ਨਾਲ ਉਹਨੂੰ ਪਤਾ ਲੱਗਿਆ ਹੋਵੇ, ਕਿਸੇ ਵੀ ਕਾਰਨ ਕਰਕੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਰੈਵਨਿਊ ਆਫੀਸਰ ਦੀ ਅਦਾਲਤ ਵਿੱਚ ਚੱਲਦੇ ਕੇਸ ਨੂੰ ਮੰਗਵਾ ਕੇ ਦੇਖ ਸਕਦੇ ਆ, ਚੈੱਕ ਕਰ ਸਕਦੇ ਆ। ਜੇਕਰ ਉਹਨੂੰ ਲੱਗਦਾ ਇਸ ਜਿਹੜਾ ਆਰਡਰ ਜਿਹੜੇ ਚੱਲ ਰਹੇ ਨੇ, ਪ੍ਰੋਸੀਡਿੰਗ ਗਲਤ ਚੱਲ ਰਹੀਆਂ ਨੇ, ਤਾਂ ਕੋਈ ਵੀ ਆਰਡਰ ਉਸ ਵੱਲੋਂ ਕੀਤਾ ਜਾ ਸਕਦਾ ਹੈਗਾ, ਤਕਸੀਮ ਕੇਸ ਨੂੰ ਛੱਡ ਕੇ। ਕਮਿਸ਼ਨਰ ਜਾਂ ਕਲੈਕਟਰ ਆਪਣੇ ਅਧੀਨ ਕੰਮ ਕਰਦੇ, ਇਸੇ ਤਰੀਕੇ ਕਮਿਸ਼ਨਰ ਵੀ ਤੇ ਕਲੈਕਟਰ ਵੀ ਆਪਣੇ ਅਧੀਨ ਕੰਮ ਕਰਦੇ, ਕਿਸੇ ਵੀ ਰੈਵਨਿਊ ਅਧਿਕਾਰੀ ਦੀ ਕੋਰਟ ਦੇ ਵਿੱਚੋਂ ਕੋਈ ਵੀ ਕੇਸ ਮੰਗਵਾ ਕੇ ਦੇਖ ਸਕਦੇ ਆ ਤੇ ਉਹਦੇ ਤੇ ਲੋੜੀਂਦੇ ਹੁਕਮ ਪਾਸ ਕਰ ਸਕਦੇ ਆ। ਜੇਕਰ ਕਲੈਕਟਰ ਵੱਲੋਂ ਆਪਣੇ ਅਧੀਨ ਕੰਮ ਕਰੇ ਮਾਲ ਅਧਿਕਾਰੀ ਪਾਸ ਚੱਲਦੇ ਕੇਸ ਦਾ ਰਿਕਾਰਡ ਮੰਗਾਇਆ ਗਿਆ ਹੋਵੇ ਅਤੇ ਕਲੈਕਟਰ ਦੇ ਵਿਚਾਰ ਅਨੁਸਾਰ ਕੀਤੀ ਗਈ ਕਾਰਵਾਈ ਜਾਂ ਹੁਕਮ ਨੂੰ ਰਿਵਰਸ ਕੀਤਾ ਜਾਣਾ ਚਾਹੀਦਾ ਹੈ, ਤਾਂ ਆਪਣੀ ਰਿਪੋਰਟ ਲਿਖ ਕੇ ਕੇਸ ਕਮਿਸ਼ਨਰ ਨੂੰ ਭੇਜਿਆ ਜਾਵੇਗਾ। ਮੰਨ ਲਓ ਕੋਈ ਕੇਸ, ਕੋਈ ਫਾਈਲ ਮੰਗਾ ਕੇ ਦੇਖੀ ਹੈ, ਉਹਦੇ ਵਿੱਚ ਕੋਈ ਆਰਡਰ ਕੀਤਾ ਗਿਆ ਰੈਵਨਿਊ ਆਫੀਸਰ ਵੱਲੋਂ, ਕਲੈਕਟਰ ਨੂੰ ਲੱਗਦਾ ਵੀ ਇਹ ਆਰਡਰ ਗਲਤ ਕੀਤਾ ਗਿਆ, ਕਲੈਕਟਰ ਉਸ ਨੂੰ ਰਿਵਰਸ ਕਰਨਾ ਚਾਹੁੰਦਾ ਹੈ, ਤਾਂ ਕਲੈਕਟਰ ਆਪਣੀ ਰਿਪੋਰਟ ਬਣਾ ਕੇ ਕਮਿਸ਼ਨਰ ਨੂੰ ਭੇਜਣਗੇ ਵੀ ਇਦਾਂ ਕਰਕੇ ਇਹ ਜਿਹੜੇ ਫੈਕਟਸ ਹੈਗੇ ਆ, ਇਹ ਜਿਹੜਾ ਆਰਡਰ ਹੈਗਾ ਇਦਾਂ ਰਿਵਰਸ ਹੋਣਾ ਬਣਦਾ ਹੈਗਾ, ਤੇ ਕਲੈਕਟਰ ਆਪਦੇ ਪੱਧਰ ਤੇ ਰਿਵਰਸ ਨਹੀਂ ਕਰਨਗੇ, ਉਸਨੂੰ ਆਪਦੀ ਰਿਪੋਰਟ ਬਣਾ ਕੇ ਕਮਿਸ਼ਨਰ ਨੂੰ ਭੇਜਣਗੇ, ਕਮਿਸ਼ਨਰ ਦਾ ਜਿਹੜਾ ਫੈਸਲਾ ਹੋਏਗਾ ਉਹ ਅੰਤਮ ਹੋਏਗਾ। ਨੈਕਸਟ ਹੈ ਸਬਸੈਕਸ਼ਨ 4 ਦੇ ਵਿੱਚ ਕੀ ਹੈ, ਵਿੱਤੀ ਕਮਿਸ਼ਨਰ ਤੇ ਸਬਧਾਰਾ 1 ਅਤੇ ਕਮਿਸ਼ਨਰ, ਸਬਧਾਰਾ 2 ਵਿੱਤੀ ਕਮਿਸ਼ਨਰ, ਆਪਾਂ ਪਹਿਲਾਂ ਕਰ ਚੁੱਕੇ ਹਾਂ ਗੱਲ ਰਿਵੀਜ਼ਨ ਦੇ ਰਿਵਿਊ ਦੇ ਵਿੱਚ। ਜੇ ਰਿਵੀਜ਼ਨ ਦੇ ਵਿੱਚ ਕੋਈ ਕੇਸ ਚਲਾ ਗਿਆ, ਮੰਨ ਲਓ ਕਲੈਕਟਰ ਨੇ ਕਮਿਸ਼ਨਰ ਕੋਲੇ ਕੇਸ ਭੇਜ ਦਿੱਤਾ ਵੀ ਇਸ ਕੇਸ ਦੇ ਵਿੱਚ ਇਹ ਜਿਹੜਾ ਆਰਡਰ ਹੈ ਗਲਤ ਪਾਸ ਹੋਇਆ, ਇਹ 'ਚ ਤਬਦੀਲੀ ਹੋਣੀ ਚਾਹੀਦੀ ਹੈ, ਤਾਂ ਫਿਰ ਜਾਂ ਐਫਸੀਆਰ ਦੀ ਅਦਾਲਤ ਕੇਸ ਪਹੁੰਚ ਗਿਆ ਇਸੇ ਤਰੀਕੇ ਦੇ ਨਾਲ, ਕਮਿਸ਼ਨਰ ਨੇ ਭੇਜ ਦਿੱਤਾ। ਜੇਕਰ ਕਮਿਸ਼ਨਰ ਜਾਂ ਐਫਸੀਆਰ ਕੇਸ ਦੇ ਵਿੱਚ ਕੋਈ ਤਬਦੀਲੀ ਕਰਨਾ ਚਾਹੁੰਦੇ ਆ, ਤਾਂ ਇਹ ਨੈਚੁਰਲ ਜਸਟਿਸ ਹੈਗਾ ਤੇ ਕੰਸਰਨਡ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਨੋਟਿਸ ਭੇਜਿਆ ਜਾਵੇਗਾ ਜੇ ਤਬਦੀਲੀ ਕਰਨਾ ਚਾਹੁੰਦੇ ਆ। ਜੇਕਰ ਆਰਡਰ ਨੂੰ ਕਨਫਰਮ ਕਰਨਾ ਚਾਹੁੰਦੇ ਆ ਵੀ ਨਹੀਂ, ਫਿਰ ਤਾਂ ਗੱਲ ਵੱਖਰੀ ਹੈ, ਪਰ ਜੇਕਰ ਕੋਈ ਮੋਡੀਫਿਕੇਸ਼ਨ ਜਾਂ ਉਹਦੀ ਰਿਵਰਸ ਕਰਨਾ ਚਾਹੁੰਦੇ ਆ ਆਰਡਰ ਨੂੰ, ਤਾਂ ਜਿਹੜੇ ਕੰਸਰਨਡ ਪਾਰਟੀਆਂ ਨੇ ਉਹਨਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੀ ਸੁਣਵਾਈ ਕਰਕੇ ਹੀ ਜਿਹੜਾ ਫੈਸਲਾ ਹੈ ਉਹ ਕੀਤਾ ਜਾ ਸਕਦਾ ਹੈ, ਅਦਰਵਾਈਜ਼ ਜੇ ਕੀਤਾ ਜਾਂਦਾ ਉਹ ਲੀਗਲ ਮੰਨਿਆ ਜਾਏਗਾ। ਨੈਕਸਟ ਹੈ ਸੈਕਸ਼ਨ 17 ਪਾਵਰ ਟੂ ਮੇਕ ਰੂਲਸ। ਦੇਖੋ ਸਮੇਂ-ਸਮੇਂ ਦੀ ਸਰਕਾਰ ਵੱਲੋਂ ਕੀ ਹੁੰਦਾ ਹੈ, ਵੈਸੇ ਤਾਂ ਇਹ ਜਿਹੜਾ ਐਕਟ ਬਣਿਆ ਪਿਆ, ਐਕਟ ਦੇ ਨਾਲ ਹੀ ਅਸੀਂ ਅੱਗੇ ਸਾਡੇ ਇਹ ਪੰਜਾਬ ਲੈਂਡ ਰੂਲਸ ਵੀ ਬਣੇ ਹੋਏ ਹੈ। ਕੋਈ ਵੀ ਐਕਟ ਸਰਕਾਰ ਵੱਲੋਂ ਲਾਗੂ ਕੀਤਾ ਜਾਂਦਾ ਤਾਂ ਸਰਕਾਰ ਵੱਲੋਂ ਉਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲਸ ਬਣਾਏ ਜਾਂਦੇ ਨੇ। ਪੰਜਾਬ ਲੈਂਡ ਰੂਲਸ ਅਸੀਂ ਅੱਗੇ ਜਾ ਕੇ ਪੜਾਂਗੇ, ਪਰ ਫਿਰ ਵੀ ਜੇਕਰ ਪ੍ਰੋਸੀਜਰ ਦੇ ਦੌਰਾਨ, ਕੰਮ ਦੇ ਦੌਰਾਨ ਕੋਈ ਐਸੀ ਲੋੜ ਲੱਗਦੀ ਹੈ ਆਫੀਸਰਸ ਨੂੰ, ਅਧਿਕਾਰੀਆਂ ਨੂੰ, ਕੰਮ ਕਰਨ ਵਾਲੇ ਕਰਮਚਾਰੀਆਂ ਨੂੰ, ਅਧਿਕਾਰੀਆਂ ਨੂੰ, ਵੀ ਇਹ ਜਿਹੜੀ ਹੈਗੀ ਹੈ ਸਾਡੇ ਐਕਟ ਦੇ ਵਿੱਚ ਇਹ ਜਿਹੜੀ ਗੱਲ ਹੈਗੀ ਹੈ ਸਾਇਲੈਂਟ ਹੈਗੀ ਹੈ, ਨਹੀਂ ਬੋਲਦੀ ਹੈਗੀ, ਜਾਂ ਸਾਨੂੰ ਇਹਦੀ ਕਲੈਰੀਫਿਕੇਸ਼ਨ ਦੀ ਲੋੜ ਹੈਗੀ ਹੈ, ਤਾਂ ਸਮੇਂ-ਸਮੇਂ ਤੇ ਜਿਹੜੀ ਹੈਗੀ ਹੈ ਐਫਸੀਆਰ ਹੈਗਾ, ਸਟੇਟ ਗਵਰਨਮੈਂਟ ਹੈਗੀ ਹੈ, ਸਟੇਟ ਗਵਰਨਮੈਂਟ ਮੇਕ ਰੂਲਸ ਕੰਸਿਸਟੈਂਟ ਵਿਦ ਦਾ ਐਕਟ। ਇਸ ਐਕਟ ਦੇ ਅਕੋਰਡਿੰਗ, ਇਸ ਐਕਟ ਦੀ ਕੰਟਰਡਿਕਸ਼ਨ ਨਹੀਂ ਹੋਣੀ ਚਾਹੀਦੀ, ਇਸ ਐਕਟ ਦੇ ਜਿਹੜੇ ਅਕੋਰਡਿੰਗ ਹੈਗਾ ਸਮੇਂ-ਸਮੇਂ ਤੇ ਜਿਹੜੀ ਐਫਸੀਆਰ ਸਟੇਟ ਗਵਰਨਮੈਂਟ ਵੱਲੋਂ ਜਿਹੜੇ ਰੂਲ ਹੈ ਉਹ ਬਣਾਏ ਜਾਂਦੇ ਨੇ। Next is section 18, persons by whom appearance and applications may be made before and to the revenue officer। ਕਿਹੜੇ ਵਿਅਕਤੀ ਨੇ ਜਿਹੜੇ ਪੇਸ਼ ਹੋ ਸਕਦੇ ਨੇ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚ, ਜਾਂ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ। ਦੇਖੋ ਸਿੰਪਲ ਤਾਂ ਗੱਲ ਇਹ ਵੀ ਜਿਹੜਾ ਕੰਸਰਨ ਪਰਸਨ ਹੈ, ਐਪਲੀਕੈਂਟ ਹੈਗਾ, ਉਹ ਜਾ ਕੇ ਐਪਲੀਕੇਸ਼ਨ ਦੇਵੇ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚ, ਪਰ ਫਿਰ ਵੀ ਇੱਥੇ ਪ੍ਰੋਵੀਜ਼ਨ ਵੀ ਹੈਗੀ ਹੈ ਵੀ ਜੇਕਰ ਉਹ ਆਪ ਨਹੀਂ ਜਾ ਸਕਦਾ ਤਾਂ ਉਹ ਆਪਣੇ ਕਿਸੇ ਨੂੰ ਵਿਅਕਤੀ ਨੂੰ ਵੀ ਨੋਮੀਨੇਟ ਕਰ ਸਕਦਾ ਹੈ।
ਪਾਰਟੀ ਦੈਮਸੈਲਵਸ ਜਾਂ ਫਿਰ ਰਿਕੋਗਨਾਈਜ਼ ਏਜੰਟ ਨੂੰ ਭੇਜ ਸਕਦੀਆਂ ਨੇ, ਜਾਂ ਆਪਣੇ ਪ੍ਰੈਕਟੀਸ਼ਨਰ ਨੂੰ, ਲੀਗਲ ਪ੍ਰੈਕਟੀਸ਼ਨਰ ਕੋਈ ਜਿਵੇਂ ਆਪਾਂ ਵਕੀਲ ਹੈਗੇ ਆ, ਠੀਕ ਹੈ ਜੀ, ਉਹਨੂੰ ਵੀ ਅਥਾਰਟੀ ਦੇ ਕੇ ਇਹ ਭੇਜਿਆ ਜਾ ਸਕਦਾ ਹੈ। ਪਰ ਇਹਦੇ ਵਿੱਚ ਨਾਲ ਹੀ ਇਹ ਕਿਹਾ ਗਿਆ ਹੈ ਸਬਸੈਕਸ਼ਨ ਬੀ ਦੇ ਵਿੱਚ, ਕਲੌਜ਼ ਬੀ ਦੇ ਵਿੱਚ, ਸਬਸੈਕਸ਼ਨ 1 ਦੀ ਕਲੌਜ਼ ਬੀ ਇਹ ਹੈਗੀ ਹੈ ਵੀ ਜੇਕਰ ਰੈਵਨਿਊ ਆਫਿਸਰ ਚਾਹੇ ਤਾਂ ਉਹਨੂੰ ਖੁਦ ਬੰਦੇ ਦੀ ਲੋੜ ਹੈਗੀ ਹੈ, ਉਹਨੇ ਖੁਦ ਕੋਈ ਕੁਐਸਚਨ ਐਸੇ ਕਰਨੇ ਹੈਗੇ ਨੇ, ਉਸ ਕੰਸਰਨਡ ਪਾਰਟੀ ਨੂੰ ਸੁਣਨਾ ਹੈਗਾ, ਉਹਦੇ ਤੋਂ ਕੋਈ ਇਦਾਂ ਦੇ ਜਿਹੜੇ ਕੁਐਸਚਨ ਕਰਕੇ ਉਹਨੂੰ ਰੈਵਨਿਊ ਆਫਿਸਰ ਨੂੰ ਲੱਗਦਾ ਮੈਨੂੰ ਉਹਨੂੰ ਉਸ ਵਿਅਕਤੀ ਨੂੰ ਖੁਦ ਬੁਲਾਉਣ ਦੀ ਜ਼ਰੂਰਤ ਹੈਗੀ ਹੈ, ਤਾਂ ਉਹ ਵਿਅਕਤੀ ਇਹ ਐਕਸਕਿਊਜ਼ ਬਾਈ ਬਹਾਨਾ ਨਹੀਂ ਮਾਰ ਸਕਦਾ ਹੈਗਾ ਵੀ ਮੈਂ ਤਾਂ ਜੀ ਅਟਾਰਨੀ ਨਿਯੁਕਤ ਕੀਤਾ ਹੋਇਆ ਹੈਗਾ ਜਾਂ ਲੀਗਲ ਪ੍ਰੈਕਟੀਸ਼ਨਰ ਵਕੀਲ ਨਿਯੁਕਤ ਕੀਤਾ ਹੋਇਆ ਉਹੀ ਆਏਗਾ, ਮੈਂ ਕੋਰਟ 'ਚ ਨਹੀਂ ਆਵਾਂਗਾ। ਇਹ ਐਕਸਕਿਊਜ਼ ਨਹੀਂ ਲੈ ਸਕਦਾ ਰੈਵਨਿਊ ਆਫਿਸਰ। ਅਗਰ ਚਾਹੇ ਤਾਂ ਸਮਨ ਭੇਜ ਕੇ ਇਨ ਪਰਸਨ ਕਿਸੇ ਵੀ ਪਾਰਟੀ ਨੂੰ, ਕੰਸਰਨਡ ਪਾਰਟੀ ਨੂੰ ਜਿਹੜਾ ਹੈਗਾ ਆਪਣੀ ਕੋਰਟ ਦੇ ਵਿੱਚ ਬੁਲਾ ਸਕਦਾ ਹੈ। ਰਿਕੋਗਨਾਈਜ਼ਡ ਏਜੰਟ ਕੌਣ ਹੋ ਸਕਦਾ ਹੈ? ਜੋ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਸਰਕਾਰ ਦੇ ਕਿਹਨਾਂ ਵਿਅਕਤੀਆਂ ਨੂੰ ਸਰਕਾਰ ਆਥੋਰਾਈਜ਼ ਕਰਦੀ ਹੈ ਉਹ ਹੋਣਗੇ। ਫੀ ਆਫ ਏ ਲੀਗਲ ਪ੍ਰੈਕਟੀਸ਼ਨਰ ਸ਼ੈਲ ਨਾਟ ਬੀ ਇਨਕਲੂਡਡ ਇਨ ਦਾ ਕਾਸਟ। ਜੋ ਸਰਕਾਰ ਵੱਲੋਂ ਕੋਈ ਆਫਿਸਰ ਵੱਲੋਂ ਕੋਈ ਕਾਸਟ ਕੀਤੀਆਂ ਜਾਂਦੀਆਂ ਨੇ, ਕਿਸੇ ਕੇਸ ਦੀਆਂ ਕਾਸਟ ਪਾਈਆਂ ਜਾਂਦੀਆਂ, ਉਹਦੇ ਵਿੱਚ ਉਹਦੀ ਜਿਹੜੀ ਲੀਗਲ ਪ੍ਰੈਕਟਿਸ ਜਿਹੜੀ ਵਕੀਲ ਹੈ ਉਹ ਸ਼ਾਮਲ ਨਹੀਂ ਹੁੰਦੀ। ਸੈਕਸ਼ਨ 19 ਹੈਗਾ ਜੀ, ਪਾਵਰ ਆਫ ਰੈਵਨਿਊ ਆਫਿਸਰ ਟੂ ਸਮਨ ਦਾ ਪਰਸਨਸ। ਹੁਣ ਅਸੀਂ ਨੋਟਿਸ ਭੇਜਦੇ ਹਾਂ, ਸਮਨ ਭੇਜਦੇ ਹਾਂ, ਅਸੀਂ ਕਿਹੜੀਆਂ ਪਾਵਰਾਂ ਤਹਿਤ ਭੇਜਦੇ ਹਾਂ? ਇਹ ਸਾਡਾ ਜਿਹੜਾ ਸੈਕਸ਼ਨ 19 ਹੈਗਾ ਇਹ ਸਾਨੂੰ ਪਾਵਰ ਦਿੰਦਾ ਹੈ ਰੈਵਨਿਊ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਨੂੰ ਸਮਨ ਕਰਨ ਦੇ ਲਈ, ਕਾਲ ਕਰਨ ਦੇ ਲਈ। ਰੈਵਨਿਊ ਆਫਿਸਰ may summon any person whose attendance he considers necessary for the purpose of any business before him। ਉਹਦੀ ਅਦਾਲਤ ਵਿੱਚ ਕੋਈ ਕੇਸ ਚੱਲ ਰਿਹਾ ਹੈ, ਕੋਈ ਤਕਸੀਮ ਦਾ ਕੇਸ ਹੈ, ਕੋਈ ਗਜ਼ੌਤ ਦਾ ਕੇਸ ਹੈ, ਕਿਸੇ ਤਰ੍ਹਾਂ ਦਾ ਕੋਈ ਕੇਸ ਚੱਲਦਾ ਹੈਗਾ, ਇਹ ਸੈਕਸ਼ਨ ਦੇ ਤਹਿਤ ਅਸੀਂ ਜਿਹੜਾ ਹੈਗਾ ਸਮਨ ਜਾਰੀ ਕਰਦੇ ਹਾਂ ਪਾਰਟੀਆਂ ਨੂੰ। ਆ ਪਰਸਨ ਸੋ ਸਮਨ ਸ਼ੈਲ ਬੀ ਬਾਉਂਡ। ਜਿਸ ਵਿਅਕਤੀ ਨੂੰ ਸਮਨ ਕੀਤਾ ਗਿਆ ਉਹ ਬਾਉਂਡ ਹੁੰਦਾ, ਉਹ ਆਪਣਾ ਸੱਚਾਈ ਬੋਲੇ, ਸੱਚ ਬੋਲੇ, ਜੋ ਵੀ ਕੁਐਸਚਨ ਤੋਂ ਪੁੱਛਿਆ ਜਾਂਦਾ ਹੈਗਾ ਜਾਂ ਜੋ ਕੋਈ ਡਾਕੂਮੈਂਟ ਉਹ ਰੈਵਨਿਊ ਆਫਿਸਰ ਵੱਲੋਂ ਮੰਗਿਆ ਜਾਂਦਾ ਉਹ ਆਪਣਾ ਸਬਮਿਟ ਕਰੇ। ਜੇ ਉਹਨੂੰ ਪਰਸਨਲ ਬੁਲਾਇਆ ਜਾਂਦਾ ਤਾਂ ਪਰਸਨਲ ਅਪੀਅਰ ਹੋਵੇ, ਜੇਕਰ ਉਸ ਨੂੰ ਕਿਹਾ ਜਾਂਦਾ ਵੀ ਛੋੜ ਦਿੱਤੀ ਜਾਂਦੀ ਵੀ ਤੁਸੀਂ ਪਰਸਨਲ ਅਪੀਅਰ ਹੋਵੋ ਜਾਂ ਆਪਣੇ ਕਿਸੇ ਲੀਗਲ ਪ੍ਰੈਕਟੀਸ਼ਨਰ ਦੀ ਅਪੀਅਰ ਹੋਵੇ ਤਾਂ ਉਹ ਆਪਣੇ ਲੀਗਲ ਪ੍ਰੈਕਟੀਸ਼ਨਰ ਨੂੰ ਭੇਜ ਸਕਦਾ ਹੈ। ਜੀ ਚਲੋ ਇਹ ਸੈਕਸ਼ਨ ਠੀਕ ਹੈ ਜੀ। ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਾਂਗੇ ਕਿਉਂਕਿ ਜਿਹੜਾ ਅਗਲਾ ਚੈਪਟਰ ਸੈਕਸ਼ਨ ਹੈ ਸੈਕਸ਼ਨ 20 ਇਟ ਇਜ਼ ਵੈਰੀ ਇੰਪੋਰਟੈਂਟ ਸੈਕਸ਼ਨ ਹੈ ਤੇ ਆਪਾਂ ਜਲਦਬਾਜ਼ੀ ਨਹੀਂ ਕਰਨਾ ਚਾਹਾਂਗਾ ਮੈਂ, ਬਹੁਤ ਡਿਟੇਲ ਹੈਗੀ ਇਹਦੇ ਵਿੱਚ, ਕਾਫੀ ਅਮੈਂਡਮੈਂਟਸ ਵੀ ਸਰਕਾਰ ਦੀਆਂ ਆਈਆਂ ਹੋਈਆਂ ਨੇ। ਕਿਸ ਦਾ ਕੋਈ ਕੁਐਸਚਨ ਹੈ ਜੀ, ਕੋਈ ਡਿਸਕਸ ਕਰਨਾ ਚਾਹੁੰਦਾ ਤਾਂ ਕਰ ਸਕਦਾ ਹੈ। ਹਾਂ ਮੇਰਾ ਸਮਝ ਆ ਰਿਹਾ ਜੀ ਜੋ ਪੜ੍ਹਾ ਰਹੇ ਹਾਂ, ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ? ਜਰਾ ਦੱਸੋ। ਸੰਦੀਪ ਜੀ ਸ਼ਰਮਾ ਜੀ ਠੀਕ ਹੈ ਸਰ। ਠੀਕ ਹੈ ਜੀ। ਮੈਂ ਥੋੜਾ ਜਿਹਾ ਜਲਦ ਸਪੀਡ ਨਾਲ ਪੜ੍ਹਾ ਰਿਹਾ, ਅੱਗੇ ਤਾਂ ਪਹਿਲਾਂ ਥੋੜਾ ਡਿਟੇਲ 'ਚ ਪੜ੍ਹਾਉਂਦੇ ਆ ਬਹੁਤ ਜ਼ਿਆਦਾ, ਪਰ ਇਸ ਵਾਰੀ ਮੈਨੂੰ ਲੱਗਦਾ ਵੀ ਜੇ ਸਮਾਂ ਘੱਟ ਹੈਗਾ ਤਾਂ ਥੋੜਾ ਜਿਹਾ ਸ਼ਾਰਟ ਵੀ ਰੱਖਿਆ ਹੋਇਆ ਇਸ ਕਰਕੇ ਤਾਂ ਕਿ ਅਸੀਂ ਸਿਲੇਬਸ ਪੂਰਾ ਪ੍ਰੋਪਰ ਕਵਰ ਕਰ ਪਾਈਏ। ਨਹੀਂ ਤਾਂ ਇਹ ਜਿਹੜਾ ਜੋ ਮੈਂ ਅੱਜ ਪੜ੍ਹਾਇਆ ਹੈਗਾ ਇਹ ਮੇਰਾ 2 ਲੈਕਚਰਾਂ 'ਚ ਕਵਰ ਹੁੰਦਾ ਅਦਰਵਾਈਜ਼, ਪਰ ਮੈਂ ਅੱਜ ਕੋਸ਼ਿਸ਼ ਕੀਤੀ ਵੀ ਇੱਕ ਲੈਕਚਰ 'ਚ ਜਿੰਨਾ 2 ਲੈਕਚਰ ਦਾ ਜਿਹੜਾ ਕੰਮ ਹੈਗਾ ਉਹ ਇੱਕ ਲੈਕਚਰ ਦੇ ਵਿੱਚ ਹੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਥੋੜਾ ਇਸ ਕਰਕੇ ਸਪੀਡ ਥੋੜੀ ਤੇਜ਼ ਹੈਗੀ ਹੈ ਕਿਉਂਕਿ ਸਾਨੂੰ ਲੱਗਦਾ ਡੇਟ ਸ਼ੀਟ ਤਾਂ ਨਹੀਂ ਕੋਈ ਆਈ ਹੈਗੀ, ਪਰ ਸਰਕਾਰ ਸਮੇਂ ਸਮੇਂ ਤੇ ਜਿਹੜੇ ਡੇਟ ਸ਼ੀਟ ਭੇਜ ਕੇ ਵੀ ਕਈ ਵਾਰੀ ਪੇਪਰ ਰਿਜ਼ਨ ਕਰਦੀ ਰਹਿੰਦੀ ਹੈ, ਪਰ ਇਸ ਵਾਰੀ ਜਿਹੜਾ ਰਿਜ਼ਲਟ ਦਾ ਜਿਹੜਾ ਸਮਾਂ ਸੀਗਾ ਬਹੁਤ ਜ਼ਿਆਦਾ ਲੈ ਲਿਆ ਗਵਰਨਮੈਂਟ ਨੇ ਤੇ ਬੜੀ ਲੇਟ ਰਿਜ਼ਲਟ ਦਿੱਤਾ, ਜਿਸ ਕਰਕੇ ਡਿਸਾਈਡ ਨਹੀਂ ਕਰ ਪਾਉਂਦੇ ਵੀ ਕਿਹੜਾ ਪੇਪਰ ਕਿਸੇ ਨੇ ਪੜ੍ਹਨਾ ਕਿਵੇਂ ਨਹੀਂ ਪੜ੍ਹਨਾ। ਸਰ ਈਵਨਿੰਗ ਕਲਾਸਿਸ ਤਾਂ ਹੈ ਕੋਈ? ਦੇਖੋ ਈਵਨਿੰਗ ਕਲਾਸਿਸ ਤਾਂ ਹੀ ਲਗਾਵਾਂਗਾ ਮੈਂ ਜੇ ਡੇਟ ਸ਼ੀਟ ਆ ਜਾਂਦੀ ਹੈ, ਜੇ ਮੈਨੂੰ ਲੱਗਦਾ ਵੀ ਡੇਟ ਸ਼ੀਟ ਆ ਗਈ, ਡੇਟ ਸ਼ੀਟ ਨੇੜੇ ਹੈ ਤੇ ਸਮਾਂ ਘੱਟ ਹੈ, ਫਿਰ ਮੈਂ ਕੋਸ਼ਿਸ਼ ਕਰਾਂਗਾ ਪੇਪਰ ਸਾਰਾ ਸਿਲੇਬਸ ਕਵਰ ਕਰਨ ਦੀ। ਫਿਰ ਮੈਂ ਚਾਹੇ ਈਵਨਿੰਗ ਕਲਾਸ ਲਾ ਚਾਹੇ ਮੈਂ 2 ਪੇਪਰ 2 ਕਲਾਸਿਸ ਵੀ ਲਗਾ ਸਕਦਾ ਸਵੇਰੇ ਜਿਵੇਂ ਕਿ ਇੱਕ ਪੇਪਰ ਇੱਕ ਦੀ ਥਾਂ ਤੇ 2 ਵੀ ਲਗਾ ਸਕਦਾ, 1.5 ਘੰਟਾ ਵੀ ਕਲਾਸ ਚੱਲ ਸਕਦੀ ਹੈ। 2 ਕਲਾਸਿਸ ਸਵੇਰੇ ਵੀ ਲੱਗ ਸਕਦੀਆਂ, 2 ਕਲਾਸਿਸ ਸ਼ਾਮ ਨੂੰ ਵੀ ਲੱਗ ਸਕਦੀਆਂ ਨੇ, ਪਰ ਇਟ ਡਿਪੈਂਡਸ ਫਰੋਮ ਦਾ ਡੇਟ ਸ਼ੀਟ। ਜੇ ਪੇਪਰ ਜਾ ਕੇ ਤੁਹਾਡੇ ਲੇਟ ਹੁੰਦੇ ਨੇ ਫਿਰ ਆਪਾਂ ਨਹੀਂ ਜ਼ਿਆਦਾ ਪੇਨ ਲੈ ਸਕਾਂਗੇ, ਪਰ ਜੇ ਲੱਗਦਾ ਤੁਹਾਨੂੰ ਪੇਪਰ ਨੇੜੇ ਆ ਜਾਂਦੇ ਆ ਫਿਰ ਕੋਈ ਗੱਲ ਨਹੀਂ, ਫਿਰ ਸਮੇਂ ਦੀ ਕੋਈ ਦਿੱਕਤ ਨਹੀਂ ਹੈਗੀ ਹੈ।
ਫਿਰ ਆਪਾਂ ਦੋ ਪੀਰੀਅਡ ਵੀ ਲਗਾ ਲਾਂਗੇ, ਸਵੇਰੇ ਵੀ 2, ਸ਼ਾਮ ਨੂੰ ਵੀ 2 ਲਗਾ ਸਕਦੇ ਹਾਂ। ਹੋਰ ਕੋਈ ਕਿਸੇ ਦਾ ਕੁਐਸਚਨ ਜੀ? ਹਾਂਜੀ ਹਾਕਮ ਸਿੰਘ ਜੀ। ठीक है जी। हाँ गुरध्यान सिंह जी ठीक चल रहा है। सोहन सिंह महाली तो सोहन सिंह जी। ओके ठीक है जी, क्लास इज ओवर, थैंक यू वेरी मच। ओके ठीक।